ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ 4th ਐਡੀਸ਼ਨ। ਉਸ ਦੀ ਯੂਨਿਟ ਹੈ ਜਿਹੜੀ ਉਹ ਆਪਾਂ ਕਰਾਂਗੇ 122 ਨੰਬਰ ਯੂਨਿਟ। ਸੋ ਦੇਖੋ 122 ਨੰਬਰ ਯੂਨਿਟ ਦੇ ਵਿੱਚ ਆਪਾਂ ਕੀ ਕਰਾਂਗੇ, ਔਨ ਟਾਈਮ ਐਂਡ ਇਨ ਟਾਈਮ। ਔਨ ਟਾਈਮ ਅਤੇ ਇਨ ਟਾਈਮ ਦੇ ਵਿੱਚ ਕੀ ਡਿਫਰੈਂਸ ਹੈ, ਆਪਾਂ ਕਿਸ ਜਗ੍ਹਾ ਤੇ ਔਨ ਟਾਈਮ ਦਾ ਯੂਜ਼ ਕਰਨਾ ਹੈ ਔਰ ਕਿਸ ਜਗ੍ਹਾ ਤੇ ਇਨ ਟਾਈਮ ਦਾ ਯੂਜ਼ ਕਰਨਾ ਹੈ। ਇਸ ਤੋਂ ਇਲਾਵਾ ਐਟ ਦਾ ਐਂਡ ਐਂਡ ਇਨ ਦਾ ਐਂਡ, ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ, ਕਿੱਥੇ ਆਪਾਂ ਐਟ ਦਾ ਐਂਡ ਯੂਜ਼ ਕਰਾਂਗੇ ਔਰ ਕਿਸ ਜਗ੍ਹਾ ਤੇ ਆਪਾਂ ਇਨ ਦਾ ਐਂਡ ਯੂਜ਼ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਰੂਲਸ, ਉਸੇ ਤਰ੍ਹਾਂ ਤੁਸੀਂ ਆਪਣੀ ਨੋਟਬੁੱਕ ਆਪਣਾ ਰਜਿਸਟਰ ਲੈ ਕੇ ਬੈਠਣਾ ਹੈ। ਇਹ ਸਾਰੇ ਰੂਲਸ ਨੇ ਜਿਹੜੇ ਤੁਸੀਂ ਨੋਟ ਕਰਨੇ ਨੇ, ਬਿਲਕੁਲ ਆਸਾਨ ਨੇ। ਇੱਕ ਵਾਰ ਤੁਹਾਨੂੰ ਸਮਝਾ ਦੇਵਾਂਗਾ, ਤੁਸੀਂ ਆਪਣੇ ਆਪ ਜਿਹੜੀ ਐਕਸਰਸਾਈਜ਼ ਹੈ ਇਸ ਦੀ ਕਰ ਸਕਦੇ ਹੋ। ਵੈਸੇ ਆਪਾਂ ਕਰਾਂਗੇ ਬਟ ਤੁਸੀਂ ਆਪਣੇ ਆਪ ਕਰਨ ਦੇ ਯੋਗ ਹੋ ਸਕਦੇ ਹੋ। ਸੋ ਰੂਲਸ ਦੇਖੋ, ਸਭ ਤੋਂ ਪਹਿਲਾਂ ਔਨ ਟਾਈਮ ਅਤੇ ਇਨ ਟਾਈਮ ਦੇ ਵਿੱਚ ਕੀ ਫਰਕ ਹੈ, ਕਿੱਥੇ ਆਪਾਂ ਔਨ ਟਾਈਮ ਦਾ ਯੂਜ਼ ਕਰਨਾ ਹੈ, ਕਿੱਥੇ ਇਨ ਟਾਈਮ। ਇਹਨਾਂ ਨੂੰ ਪੜ੍ਹਨ ਤੋਂ ਪਹਿਲਾਂ ਬਿਲਕੁਲ ਪੰਜਾਬੀ ਦੇ ਵਿੱਚ ਇੱਕ ਸਿੰਪਲ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਔਨ ਟਾਈਮ ਅਤੇ ਇਨ ਟਾਈਮ ਦੇ ਵਿੱਚ ਕੀ ਫਰਕ ਹੈ। ਦੇਖੋ ਔਨ ਟਾਈਮ ਦਾ ਯੂਜ਼ ਆਪਾਂ ਉੱਥੇ ਕਰਦੇ ਹਾਂ ਜਦੋਂ ਕੋਈ ਵੀ ਕੰਮ, ਕੋਈ ਕਿਰਿਆ ਬਿਲਕੁਲ ਸਮੇਂ ਤੇ ਸ਼ੁਰੂ ਹੁੰਦੀ ਹੋਵੇ। ਮੰਨ ਲਓ ਆਪਾਂ ਇੱਕ ਗੱਲ ਕਹਿਣੀ ਹੋਵੇ ਕਿ ਕੋਈ ਕੰਮ ਬਿਲਕੁਲ ਐਗਜ਼ੈਕਟ ਸਮੇਂ ਤੇ ਸ਼ੁਰੂ ਹੋ ਰਿਹਾ ਹੈ ਤਾਂ ਉੱਥੇ ਆਪਾਂ ਔਨ ਟਾਈਮ ਦਾ ਯੂਜ਼ ਕਰਾਂਗੇ। ਫਾਰ ਐਗਜ਼ਾਮਪਲ ਆਪਾਂ ਨੇ ਮੀਟਿੰਗ ਰੱਖੀ ਔਰ ਆਪਾਂ ਨੇ ਮੀਟਿੰਗ ਦਾ ਸਮਾਂ ਰੱਖਿਆ 8:10 ਔਰ ਜਿਹੜੀ ਆਪਣੀ ਮੀਟਿੰਗ ਹੈ ਉਹ ਐਗਜ਼ੈਕਟ 8:10 ਤੇ ਹੀ ਸ਼ੁਰੂ ਹੋਈ ਤਾਂ ਇਹਦਾ ਮਤਲਬ ਜਿਹੜੀ ਆਪਣੀ ਮੀਟਿੰਗ ਹੈ ਉਹ ਔਨ ਟਾਈਮ ਸ਼ੁਰੂ ਹੋਈ। ਇਸੇ ਤਰ੍ਹਾਂ ਮੰਨ ਲਓ ਕਿਸੇ ਆਪਾਂ ਟ੍ਰੇਨ ਦੀ ਗੱਲ ਕਰ ਰਹੇ ਹਾਂ, ਮੰਨ ਲਓ ਕਿਸੇ ਟ੍ਰੇਨ ਦਾ ਪਲੇਟਫਾਰਮ ਤੋਂ ਚੱਲਣ ਦਾ ਜਿਹੜਾ ਸਮਾਂ ਹੈ ਉਹ ਹੈਗਾ 10:15 ਔਰ ਜਿਹੜੀ ਉਹ ਟ੍ਰੇਨ ਹੈ ਉਹ 10:15 ਤੇ ਹੀ ਐਗਜ਼ੈਕਟ ਪਲੇਟਫਾਰਮ ਤੋਂ ਚੱਲਦੀ ਹੈ ਤਾਂ ਇਹਦਾ ਮਤਲਬ ਉਹ ਟ੍ਰੇਨ ਔਨ ਟਾਈਮ ਚੱਲੀ ਹੈ। ਮਤਲਬ ਕਿ ਔਨ ਟਾਈਮ ਬਿਲਕੁਲ ਐਗਜ਼ੈਕਟ ਸਮੇਂ ਤੇ, ਜਿੰਨਾ ਸਮਾਂ ਨਿਰਧਾਰਿਤ ਹੈ ਉਨੇ ਸਮੇਂ ਤੇ ਹੀ ਕੋਈ ਕੰਮ ਸ਼ੁਰੂ ਹੋਣਾ ਜਾਂ ਕੋਈ ਕਿਰਿਆ ਜਿਹੜੀ ਉਹ ਸ਼ੁਰੂ ਹੋਣੀ। ਇਨ ਟਾਈਮ ਹੁੰਦਾ ਸਮੇਂ ਤੋਂ ਥੋੜਾ ਪਹਿਲਾਂ। ਮੰਨ ਲਓ ਆਪਾਂ ਨੇ ਮੀਟਿੰਗ ਦਾ ਸਮਾਂ ਜਿਹੜਾ ਰੱਖਿਆ ਸੀ 8:10 ਬਟ ਆਪਾਂ ਨੇ ਜਿਹੜੀ ਮੀਟਿੰਗ ਹੈ ਉਹ ਸ਼ੁਰੂ ਕਰਤੀ 8:05, ਮਤਲਬ ਕਿ 5 ਮਿੰਟ ਥੋੜੀ ਪਹਿਲਾਂ ਸ਼ੁਰੂ ਹੋ ਗਈ ਤਾਂ ਆਪਣੀ ਜਿਹੜੀ ਮੀਟਿੰਗ ਹੈ ਉਹ ਸ਼ੁਰੂ ਹੋਈ ਹੈ ਇਨ ਟਾਈਮ। ਇੱਥੇ ਔਨ ਟਾਈਮ ਨਹੀਂ, ਇੱਥੇ ਇਨ ਟਾਈਮ ਦਾ ਯੂਜ਼ ਕਰਾਂਗੇ। ਆਈ ਹੋਪ ਕਿ ਸਮਝ ਗਏ ਹੋਵੋਗੇ, ਇੱਕ ਵਾਰ 'ਚ ਹੀ ਬਿਲਕੁਲ ਆਸਾਨ ਹੈ। ਬਾਕੀ ਦੇਖੋ ਇੱਕ ਵਾਰ ਪੜ੍ਹ ਵੀ ਲਵੋ। ਔਨ ਟਾਈਮ ਦੇਖੋ ਪੰਕਚੁਅਲ ਕੀ ਹੁੰਦਾ ਹੈ, ਬਿਲਕੁਲ ਮਤਲਬ ਕਿ ਪਾਬੰਦ ਹੋਣਾ ਕਿਸੇ ਚੀਜ਼ ਦਾ। ਨੋਟ ਲੇਟ ਮਤਲਬ ਕਿ ਲੇਟ ਨਹੀਂ ਹੋਣਾ, ਬਿਲਕੁਲ ਪੰਕਚੁਅਲ। ਇਫ ਸਮਥਿੰਗ ਹੈਪਨਸ, ਜੇਕਰ ਕੋਈ ਘਟਨਾ ਘਟਦੀ ਹੈ, ਹੈਪਨਸ ਔਨ ਟਾਈਮ ਬਿਲਕੁਲ ਸਮੇਂ ਤੇ, ਤਾਂ ਇਹਦਾ ਮਤਲਬ ਕੀ ਹੈ, ਇਟ ਹੈਪਨਸ ਐਟ ਦਾ ਟਾਈਮ ਦੈਟ ਵਾਜ਼ ਪਲੈਨਡ। ਮਤਲਬ ਕਿ ਇਹ ਜਿਹੜੀ ਘਟਨਾ ਹੈ, ਇਹ ਕੰਮ ਹੈ ਸਿਰਫ ਉਸੇ ਸਮੇਂ ਤੇ ਹੋਇਆ ਜਿਹੜਾ ਸਮਾਂ ਪਲਾਨ ਕੀਤਾ ਗਿਆ ਸੀ। ਜਿਵੇਂ ਮੀਟਿੰਗ 8:10 ਤੇ ਆਪਾਂ ਨੇ ਨਿਰਧਾਰਿਤ ਕੀਤੀ ਸੀ ਤਾਂ 8:10 ਤੇ ਹੀ ਸ਼ੁਰੂ ਹੋਈ ਤਾਂ ਇਹਦਾ ਮਤਲਬ ਔਨ ਟਾਈਮ ਹੈ ਜਿਹੜੀ ਆਪਣੀ ਮੀਟਿੰਗ ਸ਼ੁਰੂ ਹੋਈ। ਐਗਜ਼ਾਮਪਲ ਦੇਖੋ, ਦ 11:45 ਟ੍ਰੇਨ, ਜਿਹੜੀ ਮਤਲਬ ਟ੍ਰੇਨ 11:45 ਵਾਲੀ ਹੈ ਵੀ 11:45 ਤੇ ਚੱਲਦੀ ਹੈ, ਲੈਫਟ ਔਨ ਟਾਈਮ। ਉਹ ਜਿਹੜੀ ਟ੍ਰੇਨ ਹੈ ਬਿਲਕੁਲ ਔਨ ਟਾਈਮ ਚੱਲੀ ਤਾਂ ਇਹਦਾ ਮਤਲਬ ਓਬਵੀਅਸ ਆਪਾਂ ਸਮਝ ਗਏ ਕਿ ਜਿਹੜੀ ਟ੍ਰੇਨ ਹੈ ਇਹ ਜਿਹੜੀ 11:45 ਜਿਸ ਟ੍ਰੇਨ ਦਾ ਟਾਈਮ ਸੀਗਾ ਉਹ ਔਨ ਟਾਈਮ ਚੱਲੀ ਹੈ। ਇਹਦਾ ਮਤਲਬ ਉਹ 11:45 ਤੇ ਹੀ ਚੱਲੀ ਹੈ। ਦੇਖੋ ਇਟ ਲੈਫਟ ਐਟ 11:45, ਬਿਲਕੁਲ ਐਗਜ਼ੈਕਟ ਟਾਈਮ ਤੇ ਚੱਲੀ ਹੈ। ਅੱਗੇ ਦੇਖੋ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਦ ਓਪੋਜ਼ਿਟ ਆਫ ਔਨ ਟਾਈਮ। ਔਨ ਟਾਈਮ ਦਾ ਜਿਹੜਾ ਓਪੋਜ਼ਿਟ ਹੈ ਉਹ ਹੈਗਾ ਲੇਟ। ਇਹ ਤੁਸੀਂ ਨੇ ਯਾਦ ਰੱਖਣਾ ਹੈ। ਔਨ ਟਾਈਮ ਦਾ ਓਪੋਜ਼ਿਟ ਲੇਟ ਔਰ ਲੇਟ ਦਾ ਓਪੋਜ਼ਿਟ ਔਨ ਟਾਈਮ ਹੋ ਗਿਆ। ਜਿਸ ਤਰ੍ਹਾਂ ਆਪਾਂ ਕਹੀਏ ਬੀ ਔਨ ਟਾਈਮ, ਸਮੇਂ ਸਿਰ ਰਹੋ, ਹੈ ਨਾ, ਸਮੇਂ ਤੋਂ ਲੇਟ ਨਾ ਹੋ। ਡੋਂਟ ਬੀ ਲੇਟ, ਵੀ ਲੇਟ ਨਾ ਹੋ। ਦੇਖੋ ਲੇਟ ਦਾ ਮਤਲਬ ਕਿ ਓਪੋਜ਼ਿਟ ਔਨ ਟਾਈਮ ਦਾ ਓਪੋਜ਼ਿਟ ਲੇਟ। ਹੁਣ ਇਨ ਟਾਈਮ ਵੈਸੇ ਤਾਂ ਪਹਿਲਾਂ ਮੈਂ ਸਮਝਾਤਾ। ਦੇਖੋ ਇੱਥੇ ਵੀ ਇੱਕ ਵਾਰ ਐਗਜ਼ਾਮਪਲ ਆਪਾਂ ਦੇਖ ਲਾਂਗੇ। ਫॉर ਸਮਥਿੰਗ ਟੂ ਡੂ ਸਮਥਿੰਗ ਸੂਨ ਇਨਫ, ਮਤਲਬ ਕਿ ਸਮੇਂ ਤੋਂ ਥੋੜਾ ਪਹਿਲਾਂ ਕੋਈ ਕੰਮ ਹੈ ਜਿਹੜਾ ਸਮੇਂ ਤੋਂ ਥੋੜਾ ਪਹਿਲਾਂ ਸ਼ੁਰੂ ਹੋਣਾ ਤਾਂ ਉੱਥੇ ਆਪਾਂ ਇਨ ਟਾਈਮ ਦਾ ਯੂਜ਼ ਕਰਾਂਗੇ। ਐਗਜ਼ਾਮਪਲ ਦੇਖੋ, ਯੂ ਸ਼ੁੱਡ ਗੈਟ ਅਪ ਇਨ ਟਾਈਮ। ਤੁਹਾਨੂੰ ਇਨ ਟਾਈਮ ਮਤਲਬ ਉੱਠਣਾ ਚਾਹੀਦਾ। ਇਨ ਟਾਈਮ ਮਤਲਬ ਕਿ ਸਮੇਂ ਤੋਂ ਥੋੜਾ ਪਹਿਲਾਂ। ਕਿਹੜੇ ਸਮੇਂ ਤੋਂ? ਟੂ ਹੈਵ ਯੂਅਰ ਬ੍ਰੇਕਫਾਸਟ ਬਿਫੋਰ ਗੋਇੰਗ ਆਊਟ, ਬਾਹਰ ਜਾਣ ਤੋਂ ਪਹਿਲਾਂ। ਵੀ ਜੋ ਤੁਸੀਂ ਆਪਣਾ ਬ੍ਰੇਕਫਾਸਟ ਕਰੋਗੇ ਤਾਂ ਤੁਹਾਨੂੰ ਸਮੇਂ ਤੋਂ ਥੋੜਾ ਪਹਿਲਾਂ ਉੱਠਣਾ ਚਾਹੀਦਾ। ਹੁਣ ਦੇਖੋ ਇੱਥੇ ਆਪਾਂ ਔਨ ਟਾਈਮ ਦਾ ਯੂਜ਼ ਨਹੀਂ ਕਰਾਂਗੇ। ਜੇਕਰ ਆਪਾਂ ਇੱਥੇ ਔਨ ਟਾਈਮ ਦਾ ਯੂਜ਼ ਕਰਦੇ, ਯੂ ਸ਼ੁੱਡ ਗੈਟ ਅਪ ਔਨ ਟਾਈਮ ਟੂ ਹੈਵ ਯੂਅਰ ਬ੍ਰੇਕਫਾਸਟ, ਮਤਲਬ ਕਿ ਆਪਣਾ ਬ੍ਰੇਕਫਾਸਟ ਕਰਨ ਦੇ ਲਈ ਤੁਹਾਨੂੰ ਔਨ ਟਾਈਮ ਉੱਠਣਾ ਚਾਹੀਦਾ। ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਜੇਕਰ ਆਪਣੇ ਬ੍ਰੇਕਫਾਸਟ ਦਾ ਸਮਾਂ 8 ਵਜੇ ਦਾ ਤਾਂ ਤੁਹਾਨੂੰ 8 ਵਜੇ ਹੀ ਉੱਠਣਾ ਚਾਹੀਦਾ। ਬਟ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ। ਹੁਣ ਦੇਖੋ ਆਪਾਂ ਉੱਠਦੇ ਸਾਰ ਹੀ ਬ੍ਰੇਕਫਾਸਟ ਥੋੜੀ ਨਾ ਕਰਦੇ ਹਾਂ, ਉਸ ਤੋਂ ਪਹਿਲਾਂ ਥੋੜਾ ਫਰੈਸ਼ ਵੀ ਹੁੰਦੇ ਹਾਂ, ਇਸ ਲਈ ਆਪਾਂ ਇਨ ਟਾਈਮ ਉੱਠਦੇ ਹਾਂ। ਮਤਲਬ ਕਿ 8 ਵਜੇ ਬ੍ਰੇਕਫਾਸਟ ਦਾ ਸਮਾਂ ਤਾਂ ਆਪਾਂ 7 ਵਜੇ ਜਾਂ 7:30 ਵਜੇ ਉੱਠਦੇ ਹਾਂ ਤਾਂ ਕਿ ਪਹਿਲਾਂ ਥੋੜਾ ਹੱਥ ਮੂੰਹ ਧੋ ਲਈਏ, ਫਰੈਸ਼ ਹੋ ਜਾਈਏ, ਉਸ ਤੋਂ ਬਾਅਦ ਫਿਰ ਆਪਾਂ ਬਹਿ ਕੇ ਬ੍ਰੇਕਫਾਸਟ ਕਰਦੇ ਹਾਂ। ਇਸ ਲਈ ਬ੍ਰੇਕਫਾਸਟ ਕਰਨ ਤੋਂ ਆਪਾਂ ਨੂੰ
इन टाइम उठना पेगा, पहला उठना पेगा, तां करके इत्थे आपां इन टाइम का यूज़ किया, इत्थे आपां ऑन टाइम का यूज़ नहीं करांगे। आई होप कि भी समझ आ गई। हुण अगे द ओपोजिट ऑफ इन टाइम याद रखना है, इन टाइम का ओपोजिट है टू लेट, और टू लेट का ओपोजिट इन टाइम हो गया, तो ऑब्वियस है। और इस तो इलावा जस्ट इन टाइम, इन टाइम और जस्ट इन टाइम दोवां दे विच की फर्क है? जिहड़ा इन टाइम है यह भी हुंदा समय तो पहला, और जस्ट इन टाइम भी समय तो थोड़ा पहले ही हो गया। बट इन टाइम का मतलब हुंदा समय तो 15 मिनट पहला भी हो सकता है, आधा घंटा पहला भी हो सकता है, 20 मिनट पहला भी हो सकता है। बट जस्ट इन टाइम हुंदा जिहड़ा जस्ट इन टाइम, वो मतलब कि समय तो 5-4 मिनट पहला, बिल्कुल मतलब कि थोड़ा समय भी पहला, तो उससे आप जस्ट इन टाइम यूज करांगे। और जस्ट इन टाइम का जिहड़ा ओपोजिट होएगा ऑलमोस्ट टू लेट। याद रखना है, इन टाइम का ओपोजिट टू लेट, जस्ट इन टाइम का ओपोजिट ऑलमोस्ट टू लेट, और ऑलमोस्ट टू लेट का ओपोजिट जस्ट इन टाइम, टू लेट का ओपोजिट इन टाइम। ये गल तुसीं याद रखनी है। आई होप कि ऑन टाइम ते इन टाइम का तुहानूं पता चल गया। बिल्कुल ईजी है। ऑन टाइम बिल्कुल एग्जैक्ट समय ते, इन टाइम समय तो थोड़ा पहला। अगे गल करते हैं आप एट द एंड अते इन द एंड। ये भी बिल्कुल आसान है। पहला ग्रामैटिकली ਜਿਹੜੇ रूल्स ने उन्होंने मुताबिक समझते हैं, उस तो बाद तुहानूं एक ट्रिक दसांगा, बिल्कुल ईजी है, तुहानूं किते भी कोई प्रॉब्लम नहीं आऊगी इन टाइम अपना एट द एंड अते इन द एंड दे विचों। सब तो पहला देखो एट द एंड की हुंदा है। एट द एंड हुंदा किसी भी वस्तु का या फिर किसी भी चीज़ का अंत होना, एंड होना। जिस तरह देखो एट द एंड कित्थे यूज करांगे? ऑफ समथिंग एट द टाइम वैन समथिंग एंड्स। वो समा जो कोई चीज़ का अंत हुंदा है, एंड हो जाता। जिवें देखो एट द एंड ऑफ द मंथ, एट द एंड ऑफ जनवरी, एट द एंड ऑफ द गेम, एट द एंड ऑफ द फिल्म, एट द एंड ऑफ द कोर्स। हुण मान लो जेकर आपां किसी नूं कहना होवे कि जिहड़ा मेरा घर है वो इस गली दे अंत ते है, तो उत्थे आपां इन द एंड नहीं यूज करांगे। इन द एंड कित्थे यूज करना बाद च गल करते हैं। उत्थे आपां एट द एंड यूज करांगे भी एक गली है जिहड़ी एक है ना स्ट्रीट होगी, उस दे अंत ते, उस दे एंड ते, तो आपां कहांगे माई होम इज एट द एंड ऑफ दिस स्ट्रीट। इस गली के अंत ते मेरा घर है। जब आप किसी को कहिए इस महीने के आखिर ते मैं मुंबई जा रहा, तो आप कहांगे आई विल गो टू मुंबई एट द एंड ऑफ दिस मंथ, या फिर एट द एंड ऑफ जनवरी। इसी तरह देखो एग्जाम्पल है आई एम गोइंग अवे, मैं मतलब जा रहा, बाहर जा रहा, गोइंग अवे एट द एंड ऑफ जनवरी या फिर एट द एंड ऑफ मंथ। सिंपली आप किसी चीज़ का अंत कहना हो, किसी चीज़ के अंत ते आप काम करांगे, किसी चीज़ के आखिर ते, किसी महीने के आखिर ते आप काम करांगे, तो उत्थे आप एट द एंड का यूज करते हैं। सो इसका ओपोजिट है जिहड़ा ओपोजिट ऑफ एट द एंड है जिहड़ा नाल ऑफ अगे उहदा अकॉर्डिंग टू अगे सबजैक्ट ऑबजैक्ट के मुताबिक लगता है। एट द एंड है जिहड़ा इसका ओपोजिट इज एट द बिगनिंग। ये तुसीं याद रखना है। एट द एंड द ओपोजिट है जिहड़ा एट द बिगनिंग, ये तुसीं याद रखना है ये चीज़। अगे हुण देखो इन द एंड आप कदों यूज करते हैं? फाइनली। इन द एंड मतलब कि फाइनली वी यूज इन द एंड, असी इन द एंड का यूज करते हैं वैन वी से, जो असीं ये गल कहने आ वट द फाइनल रिजल्ट ऑफ अ सिचुएशन, भी किसी सिचुएशन का फाइनल रिजल्ट की होया। देखो इन द एंड कदों यूज करते हैं? सिंपल है, मान लो आप कोई काम है, आप लंबे समय तो पिछले समय तो कोई काम करते आ रहे हैं, मतलब आप जद्दोजहद करते आ रहे हैं, कोई स्ट्रगल कर रहे हैं, और फाइनली आपां आके उस सफलता मिलती है, तो आप उत्थे कहने इन द एंड, भी इन द एंड आखिरकार मैनू सफलता मिल गई, भी जब मैं इन्ने लंबे समय तो काम करता आ रहा सी और आखिरकार मैनू इस दे विच मैं कामयाब होया इन द एंड। तो उत्थे देखो जिस तरह देखो एग्जाम्पल वी हैड अ लॉट ऑफ प्रॉब्लम्स विद अवर कार। सानू साडी कार दे नाल कहंदे बहुत सारियां प्रॉब्लम्स आ रही सी। वी सोल्ड इट इन द एंड, आखिरकार असी ने उस कार नू बेचता। देखो सानू इस कार दे नाल बहुत प्रॉब्लम्स हुंदियां आ रही सी, तो फिर फाइनली असने की कीता, आखिरकार असी ने उस कार नू बेचता, मतलब कि फाइनली वी सोल्ड इट। आपां इत्थे कोई अंत नहीं दस्सिया होया, आपां इत्थे कार दा कोई एंड नहीं दस्सिया भी कार दे अंत ते चीज़ हुई नहीं। आपां नूं प्रॉब्लम्स आ रही सी अपनी कार दे नाल, तो फिर फाइनली इन द एंड अपनी कार हो बेच दी। जिस तरह देखो इट टुक मी अ लॉन्ग टाइम टू फाइंड अ जॉब, मैनू अपनी जॉब लभन दे लई है ना, इट टुक मी अ लॉन्ग टाइम, बहुत समा लग गया। इन द एंड तो आखिरकार आई गॉट अ जॉब इन अ होटल,
ਆਖਿਰਕਾਰ ਮੈਨੂੰ ਇੱਕ ਹੋਟਲ ਦੇ ਵਿੱਚ ਜੌਬ ਮਿਲੀ। ਮਤਲਬ ਕਿ ਲੰਬੇ ਸਮੇਂ ਤੋਂ ਸਟਰਗਲ ਕਰਦਾ ਆ ਰਿਹਾ ਸੀ, ਜੌਬ ਲੱਭਦਾ ਆ ਰਿਹਾ ਸੀ, ਉਸ ਨੂੰ ਜੌਬ ਨਹੀਂ ਲੱਭ ਰਹੀ ਸੀ, ਬਟ ਆਖਿਰਕਾਰ ਉਸ ਨੂੰ ਜੌਬ ਇੱਕ ਹੋਟਲ ਦੇ ਵਿੱਚ ਮਿਲ ਗਈ ਇਨ ਦਾ ਐਂਡ। ਤਾਂ ਇਸ ਸਿਚੁਏਸ਼ਨ ਦੇ ਵਿੱਚ ਆਪਾਂ ਇਨ ਦਾ ਐਂਡ ਦਾ ਯੂਜ਼ ਕਰਾਂਗੇ। ਪਹਿਲਾਂ ਆਪੋਜ਼ਿਟ ਜਾਣ ਲਓ। ਆਪੋਜ਼ਿਟ ਆਫ ਇਨ ਦਾ ਐਂਡ ਇਜ਼ ਯੂਜੂਅਲੀ ਐਟ ਫਸਟ। ਇਨ ਦਾ ਐਂਡ ਦਾ ਆਪੋਜ਼ਿਟ ਐਟ ਫਸਟ ਹੁੰਦਾ। ਹੁਣ ਦੇਖੋ, ਜੇਕਰ ਐਟ ਦਾ ਐਂਡ ਤੇ ਇਨ ਦਾ ਐਂਡ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਕਨਫਿਊਜ਼ਨ ਰਹਿ ਗਈ, ਇੱਕ ਬਿਲਕੁਲ ਸਿੰਪਲ ਜੀ ਗੱਲ ਹੈ। ਐਟ ਦਾ ਐਂਡ ਤੇ ਇਨ ਦਾ ਐਂਡ ਤੁਹਾਨੂੰ ਆਪਸ਼ਨ ਹੋਏਗੀ ਇੱਕ ਸੈਂਟੈਂਸ ਦੇ ਵਿੱਚ ਬਲੈਂਕ। ਹੋ ਸਕਦਾ ਹੈ ਪੂਰੀ ਬਲੈਂਕ ਛੱਡੀ ਹੋਵੇ ਵੀ ਪੂਰਾ ਹੀ ਐਟ ਦਾ ਐਂਡ ਉੱਥੇ ਆਪਣੇ ਫਿਲ ਕਰਨਾ, ਜਾਂ ਫਿਰ ਇਨ ਦਾ ਐਂਡ, ਜਾਂ ਫਿਰ ਹੋ ਸਕਦਾ ਹੈ ਬਲੈਂਕ ਕੱਲੀ ਛੱਡੀ ਹੋਵੇ ਐਟ ਜਾਂ ਇਨ ਦੀ, ਦਾ ਐਂਡ ਲਿਖਿਆ ਹੋਵੇ ਔਰ ਤੁਸੀਂ ਨੇ ਬਲੈਂਕ ਦੇ ਵਿੱਚ ਯੂਜ਼ ਕਰਨਾ ਐਟ ਜਾਂ ਇਨ, ਕਿਉਂਕਿ ਐਟ ਲਾਓਗੇ ਐਟ ਦਾ ਐਂਡ ਬਣ ਜਾਏਗਾ, ਇਨ ਲਾਓਗੇ ਇਨ ਦਾ ਐਂਡ ਬਣ ਜਾਏਗਾ। ਹੁਣ ਜੇਕਰ ਆਪਣਾ ਉਹ ਸੈਂਟੈਂਸ, ਜਿਸ ਸੈਂਟੈਂਸ ਦੇ ਵਿੱਚ ਤੁਹਾਨੂੰ ਆਪਸ਼ਨ ਦਿੱਤੀ ਗਈ ਹੈ ਐਟ ਦਾ ਐਂਡ ਤੇ ਇਨ ਦਾ ਐਂਡ ਦੀ, ਜੇਕਰ ਉਹ ਸੈਂਟੈਂਸ ਪ੍ਰੈਜ਼ੈਂਟ ਜਾਂ ਫਿਰ ਫਿਊਚਰ ਦੇ ਵਿੱਚ ਹੈ, ਜਦੋਂ ਸ਼ੁਰੂ ਹੁੰਦਾ ਸੈਂਟੈਂਸ ਜੇਕਰ ਪ੍ਰੈਜ਼ੈਂਟ ਜਾਂ ਫਿਰ ਫਿਊਚਰ ਦੇ ਵਿੱਚ ਹੈ ਤਾਂ ਤੁਸੀਂ ਐਟ ਦਾ ਐਂਡ ਯੂਜ਼ ਕਰਿਓ, ਬਿਲਕੁਲ ਈਜ਼ੀ। ਬਟ ਜੇਕਰ ਆਪਣਾ ਉਹ ਸੈਂਟੈਂਸ ਪਾਸਟ ਤੋਂ ਸ਼ੁਰੂ ਹੁੰਦਾ, ਜਦੋਂ ਸੈਂਟੈਂਸ ਆਪਾਂ ਪੜ੍ਹਦੇ ਹਾਂ, ਸ਼ੁਰੂ ਕਰਦੇ ਹਾਂ, ਤਾਂ ਪਾਸਟ ਦੇ ਵਿੱਚ ਹੈ ਉਹ ਸੈਂਟੈਂਸ, ਹੈ ਨਾ, ਤਾਂ ਤੁਸੀਂ ਇਨ ਦਾ ਐਂਡ ਉੱਥੇ ਲਗਾਉਣਾ ਹੈ। ਦੇਖੋ ਇੱਥੇ ਵੀ ਦੇਖੋ, we had a lot of problems with our car। देखो we had a lot of, देखो past ਦੇ ਵਿੱਚ ਹੈ, ਉਸ ਤੋਂ ਬਾਅਦ we sold it in the end, ਤਾਂ ਇੱਥੇ in the end ਆਇਆ। ਇਸੇ ਤਰ੍ਹਾਂ I took it, it took me, ਦੇਖੋ past ਚ ਆ ਗਿਆ ਪਹਿਲੀ, it took me a long time to find a job, in the end I got it। ਮਤਲਬ ਕਿ ਪਾਸਟ ਦੇ ਵਿੱਚ ਹੋਏਗਾ ਜਦੋਂ ਤੁਸੀਂ in the end ਯੂਜ਼ ਕਰ ਲਿਓ। ਇਹ ਟ੍ਰਿਕ ਹੈ ਇੱਕ ਤਰ੍ਹਾਂ ਦੀ, ਬਿਲਕੁਲ ਤੁਹਾਡਾ ਸਹੀ ਹੋਏਗਾ। ਬਟ ਐਟ ਦਾ ਐਂਡ ਦਾ ਪ੍ਰੈਜ਼ੈਂਟ ਹੋਏਗਾ, ਜਿਸ ਤਰ੍ਹਾਂ ਦੇਖੋ I am going away at the end of January, ਇਹ ਫਿਊਚਰ ਦੀ ਸੈਂਸ ਦੇ ਰਿਹਾ, going to ਹੈ। ਪ੍ਰੈਜ਼ੈਂਟ ਜਾਂ ਫਿਊਚਰ ਦੇ ਵਿੱਚ ਹੈ ਤਾਂ ਐਟ ਦਾ ਐਂਡ, ਪਾਸਟ ਦੇ ਵਿੱਚ ਹੈ ਤਾਂ ਇਨ ਦਾ ਐਂਡ। ਇਹ ਬਿਲਕੁਲ 100% ਕੰਮ ਕਰੇਗਾ। ਸੋ ਇਹ ਸੀ ਆਪਣੇ ਕੁਝ ਰੂਲਸ। ਸਿਰਫ ਤੁਸੀਂ ਨੇ ਇਹ ਰੂਲਸ ਨੇ ਜਿਹੜੇ ਕਾਪੀ ਦੇ ਉੱਪਰ ਲਿਖ ਕੇ ਇਹਨਾਂ ਨੂੰ ਯਾਦ ਰੱਖਣਾ ਹੈ। ਔਨ ਟਾਈਮ ਤੇ ਇਨ ਟਾਈਮ ਤਾਂ ਬਿਲਕੁਲ ਆਸਾਨ ਨੇ, ਐਟ ਦਾ ਐਂਡ ਤੇ ਇਨ ਦਾ ਐਂਡ ਵੀ ਮੈਂ ਤੁਹਾਨੂੰ ਦੱਸ ਦਿੱਤਾ, ਟ੍ਰਿਕ ਤੁਸੀਂ ਇਹ ਯਾਦ ਰੱਖਿਓ, ਇਸ ਮੁਤਾਬਕ ਆਪਾਂ ਕਰ ਸਕਦੇ ਹਾਂ। ਸੋ ਇਹ ਰੂਲਸ ਨੇ ਜਿਹੜੇ ਤੁਸੀਂ ਨੇ ਚੰਗੀ ਤਰ੍ਹਾਂ ਯਾਦ ਰੱਖਣੇ ਨੇ। ਐਂਡ ਇਸ ਤੋਂ ਅੱਗੇ ਹੁਣ ਆਪਣੀ ਇਸ ਯੂਨਿਟ ਦੀ ਫਸਟ ਐਕਸਰਸਾਈਜ਼ ਹੈ ਜਿਹੜੀ ਉਹ ਆਪਾਂ ਸ਼ੁਰੂ ਕਰਦੇ ਹਾਂ। ਦੇਖੋ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ, 122.1, ਇਸ ਦੇ ਵਿੱਚ ਆਪਾਂ ਨੇ ਕੀ ਕਰਨਾ, ਕੰਪਲੀਟ ਦਾ ਸੈਂਟੈਂਸਸ। ਇਹ ਸਾਰੇ ਸੈਂਟੈਂਸਸ ਨੇ, ਬਲੈਂਕਸ ਆਪਾਂ ਨੂੰ ਦਿੱਤੇ ਹੋਏ ਨੇ, ਇਹਨਾਂ ਨੂੰ ਆਪਾਂ ਨੇ ਕੰਪਲੀਟ ਕਰਨਾ ਵਿਦ ਔਨ ਟਾਈਮ ਔਰ ਇਨ ਟਾਈਮ। ਜਿਹੜੇ ਬਲੈਂਕਸ ਨੇ ਇਹਨਾਂ ਦੇ ਵਿੱਚ ਆਪਾਂ ਇਹ ਦੇਖਣਾ ਹੈ ਕਿ ਆਪਾਂ ਔਨ ਟਾਈਮ ਦਾ ਯੂਜ਼ ਕਰਾਂਗੇ ਜਾਂ ਫਿਰ ਇਨ ਟਾਈਮ। ਹੁਣ ਔਨ ਟਾਈਮ ਕਦੋਂ ਯੂਜ਼ ਕਰਨਾ ਹੈ ਤੁਹਾਨੂੰ ਮੈਂ ਦੱਸ ਚੁੱਕੀ ਹਾਂ, ਤੇ ਇਨ ਟਾਈਮ ਕਦੋਂ ਯੂਜ਼ ਕਰਨਾ ਉਹ ਵੀ ਮੈਂ ਦੱਸ ਚੁੱਕੀ ਹਾਂ। ਦੁਬਾਰਾ ਫੇਰ ਰਿਪੀਟ ਕਰ ਦਈਏ, ਔਨ ਟਾਈਮ ਬਿਲਕੁਲ ਐਗਜ਼ੈਕਟ ਸਮੇਂ ਤੇ, ਇਨ ਟਾਈਮ ਸਮੇਂ ਤੋਂ ਥੋੜਾ ਪਹਿਲਾਂ। ਸੋ ਦੇਖੋ ਸੈਂਟੈਂਸ ਦੀ ਸੈਂਸ ਹੈ ਜਿਹੜੀ ਉਹ ਸਮਝਣੀ ਹੈ, ਉਸ ਦੇ ਮੁਤਾਬਕ ਹੀ ਆਪਾਂ ਔਨ ਟਾਈਮ ਅਤੇ ਇਨ ਟਾਈਮ ਹੈ ਜਿਹੜਾ ਉਹ ਲਗਾ ਸਕਾਂਗੇ। ਦੇਖੋ ਫਸਟ ਸੈਂਟੈਂਸ, ਦ ਬੱਸ ਵਾਜ਼ ਲੇਟ ਦਿਸ ਮੋਰਨਿੰਗ। ਕਹਿੰਦੇ ਇਸ ਮੋਰਨਿੰਗ ਜਿਹੜੀ ਬੱਸ ਹੈ ਉਹ ਲੇਟ ਹੈ, ਬਟ ਇਟਸ ਯੂਜੂਅਲੀ, ਪਰ ਅਕਸਰ। ਹੁਣ ਦੇਖੋ ਇੱਥੇ ਆਪਾਂ ਕੀ ਕਹਿ ਸਕਦੇ ਹਾਂ, ਅਕਸਰ ਇਨ ਟਾਈਮ ਜਾਂ ਫਿਰ ਔਨ ਟਾਈਮ, ਕਿਉਂਕਿ ਆਪਾਂ ਕਹਿ ਰਹੇ ਹਾਂ ਕਿ ਇਸ ਮਾਰਨਿੰਗ ਜਿਹੜੀ ਬੱਸ ਹੈ ਉਹ ਲੇਟ ਹੋ ਗਈ, ਪਰ ਅਕਸਰ ਜਿਹੜੀ ਬੱਸ ਹੈ ਆਪਣੇ ਸਮੇਂ ਤੇ ਆਉਂਦੀ ਹੈ। ਮਤਲਬ ਕਿ ਔਨ ਟਾਈਮ ਦੀ ਗੱਲ ਹੋ ਰਹੀ ਹੈ ਇੱਥੇ, ਔਨ ਟਾਈਮ ਬਿਲਕੁਲ ਸਮੇਂ ਤੇ। ਇੱਥੇ ਆਪਾਂ ਇਹ ਨਹੀਂ ਕਹਾਂਗੇ ਕਿ ਅੱਜ ਬੱਸ ਲੇਟ ਹੋ ਗਈ, ਅਕਸਰ ਤਾਂ ਬੱਸ ਇਹ ਆਪਣੇ ਸਮੇਂ ਤੋਂ ਪਹਿਲਾਂ ਆਉਂਦੀ ਹੈ, ਨਹੀਂ, ਕਿਉਂਕਿ ਬੱਸ ਲੇਟ ਹੋਈ ਹੈ। ਔਰ ਦੂਸਰੀ ਗੱਲ ਤੁਸੀਂ ਦੇਖੋ, ਜੇਕਰ ਇੱਥੇ ਲਿਖਿਆ ਦ ਬੱਸ ਵਾਜ਼ ਲੇਟ, ਲੇਟ ਜਿਹੜੀ ਬੱਸ ਹੈ ਅੱਜ ਲੇਟ ਹੈ, ਪਰ ਅਕਸਰ ਇਹ ਆਪਣੇ ਸਮੇਂ ਤੇ ਹੁੰਦੀ ਹੈ। ਕਿਉਂਕਿ ਦੇਖੋ ਲੇਟ ਮੈਂ ਤੁਹਾਨੂੰ ਦੱਸਿਆ ਸੀ ਔਨ ਟਾਈਮ ਦਾ ਜਿਹੜਾ ਓਪੋਜ਼ਿਟ ਹੈ ਉਹ ਕੀ ਹੁੰਦਾ ਹੈ, ਲੇਟ। ਤਾਂ ਕਰਕੇ ਇੱਥੇ ਇਹਨਾਂ ਨੇ ਲੇਟ ਯੂਜ਼ ਕੀਤਾ, ਤਾਂ ਕਰਕੇ ਉੱਥੇ ਆਪਣੇ ਔਨ ਟਾਈਮ, ਕਿਉਂਕਿ ਲੇਟ ਦਾ ਓਪੋਜ਼ਿਟ ਹੁੰਦਾ ਹੈ ਔਨ ਟਾਈਮ, ਕਿਉਂਕਿ ਇੱਥੇ ਓਪੋਜ਼ਿਟ ਗੱਲ ਕੀਤੀ ਗਈ ਹੈ ਕਿ ਅੱਜ ਬੱਸ ਲੇਟ ਹੈ ਬਟ ਅਕਸਰ ਬੱਸ ਆਪਣੇ ਟਾਈਮ ਤੇ ਹੁੰਦੀ ਹੈ, ਤਾਂ ਕਰਕੇ ਉੱਥੇ ਔਨ ਟਾਈਮ ਦਾ ਆਪਾਂ ਯੂਜ਼ ਕਰਾਂਗੇ। ਇਸੇ ਕਰਕੇ ਮੈਂ ਤੁਹਾਨੂੰ ਇਹਨਾਂ ਦੇ ਓਪੋਜ਼ਿਟਸ ਨੇ ਜਿਹੜੇ ਉਹ ਲਿਖਾਏ ਸੀਗੇ। ਅਗਲਾ ਦੇਖੋ ਸੈਕਿੰਡ, ਦ ਫਿਲਮ ਵਾਜ਼ supposed to start at 8:30। ਕਹਿੰਦੇ ਜਿਹੜੀ ਫਿਲਮ ਹੈ ਉਹ ਇਹ ਮੰਨਿਆ ਜਾਂਦਾ ਸੀ ਕਿ 8:30 ਤੇ, ਮਤਲਬ ਕਿ ਇਹ ਸਪੋਜ਼ ਕੀਤਾ ਗਿਆ ਸੀ ਕਿ ਜਿਹੜੀ ਫਿਲਮ ਹੈ ਉਹ 8:30 ਤੇ ਸਟਾਰਟ ਹੋਵੇਗੀ। ਮਤਲਬ ਕਿ 8:30 ਹੈ ਜਿਹੜੇ ਉਹ ਫਿਲਮ ਸਟਾਰਟ ਹੋਣ ਦਾ ਐਗਜ਼ੈਕਟ ਸਮਾਂ। ਬਟ ਇਟ ਡਿਡਨਟ ਬਿਗਿਨ, ਪਰ ਇਹ ਫਿਲਮ ਸਟਾਰਟ ਨਹੀਂ ਹੋਈ। ਮਤਲਬ ਕਿ ਕਿੰਨੇ ਵਜੇ ਸਟਾਰਟ ਨਹੀਂ ਹੋਈ, ਫਿਲਮ ਸਟਾਰਟ ਹੋਣ ਦਾ ਟਾਈਮ ਸੀ 8:30, ਪਰ ਇਹ ਫਿਲਮ 8:30 ਤੇ ਸਟਾਰਟ ਨਹੀਂ ਹੋਈ। ਮਤਲਬ ਕਿ ਔਨ ਟਾਈਮ ਸਟਾਰਟ ਨਹੀਂ ਹੋਈ 8:30 ਤੇ, ਤਾਂ ਕਰਕੇ ਇੱਥੇ ਔਨ ਟਾਈਮ। ਬਟ ਇਟ ਡਿਡਨਟ ਬਿਗਿਨ ਔਨ ਟਾਈਮ, ਪਰ ਇਹ ਆਪਣੇ ਸਮੇਂ ਤੇ ਸਟਾਰਟ ਨਹੀਂ ਹੋਈ। ਸਮੇਂ ਤੇ ਕਿੰਨੇ ਤੇ, 8:30 ਤੇ, ਕਿਉਂਕਿ ਐਗਜ਼ੈਕਟ ਸਮਾਂ ਹੈਗਾ। ਥਰਡ ਦੇਖੋ, I like to get up dash to have a big breakfast before going to
वर्क। ये आप पहला भी एग्जाम्पल दे विच कीता सीगा जो समझाया सी रूल्स दे विच भी ब्रेकफास्ट की गल हो रही है उठ के करन दी। हुण ब्रेकफास्ट आप ऑन टाइम उठ के नहीं करांगे कि उठते सार ही आप, क्योंकि ऑन टाइम हुंदा एग्जैक्ट समा। एग्जैक्ट समा किहड़ा ब्रेकफास्ट की गल हो रही है, आपां ये नहीं है कि उठन सार ही ब्रेकफास्ट कर लांगे। ब्रेकफास्ट करने के लिए आपां नूं थोड़ा समय तो पहला उठना पएगा, इसलिए इत्थे इन टाइम आएगा। सिर्फ सेंस ही समझनी है तुसीं ने, अपने आप तुहानूं पता चल जाएगा। फोर्थ देखो, वी वॉन्ट टू स्टार्ट द मीटिंग, असीं कहना जिहड़ी मीटिंग है वो स्टार्ट करना चाहुंदे आ डैश, सो प्लीज़ डोंट बी लेट, इस करके लेट ना होयो। मतलब कि हुण ये गल कहने की कोशिश कर रहा है कि असीं ने जिहड़ी मीटिंग है समय सिर ही स्टार्ट करनी है, लेट ना होयो। और दूसरा देखो इत्थे डोंट बी लेट, मतलब कि लेट है तो लेट का इत्थे ओपोजिट होएगा, तां करके भी इत्थे ऑन टाइम आएगा। ये चीज़ तुसीं नहीं याद रखनी है कि मीटिंग है जिहड़ी ऑन टाइम ही आपां स्टार्ट करांगे समय सिर, सो प्लीज़ डोंट बी लेट। पंजवां, आई हैव जस्ट वॉश्ड दिस शर्ट, कहना मैं ये शर्ट है जिहड़ी हुणे हुणे धोई है। आई वॉन्ट टू वेयर इट, मैं ये शर्ट है जी उसनूं पाउणा चाहना, पहनना चाहना। दिस ईवनिंग, इस ईवनिंग मैं इस शर्ट नूं पावांगा। सो आई होप, इस करके मैनूं उम्मीद है, आई होप इट विल बी ड्राई डैश। हुण देखो आपां शर्ट पाउण दी गल कर रहे हैं, हुण जेकर इत्थे आपां ऑन टाइम लगा दांगे तो उहदा मतलब ये होया कि जिहड़ी ये शर्ट है, मैं उम्मीद करदा ये शर्ट है जिहड़ी ओह सुक जूगी ऑन टाइम। ऑन टाइम कदों कि जदों मैं शर्ट पावांगा, मतलब कि जिस वक्त मैं शर्ट चक्कूंगा पाउण दे लई ओह गिल्ली होएगी, बट जदों मैं पावांगा ऑन टाइम सुक जाएगी। देखो इस तरह तो बिल्कुल नहीं हुंदा। आपां जदों कोई शर्ट पाउने आ ਤਾਂ ਆਪਾਂ ਚਾਹੁੰਦੇ ਆ ਕਿ ਉਸ ਤੋਂ ਪਹਿਲਾਂ ਜਿਹੜੀ ਸ਼ਰਟ ਹੈ ਸੁੱਕੀ ਹੋਵੇ, मतलब कि शर्ट पहनने तो ਪਹਿਲਾਂ ਉਹ ਸੁੱਕੀ ਹੋਣੀ ਚਾਹੀਦੀ ਹੈ। ਇਸ ਕਰਕੇ ਜਿਹੜੀ ਸ਼ਰਟ ਹੈ ਇਹ ਉਮੀਦ ਕਰਦਾ ਹੈ ਕਿ ਮੇਰੇ ਪਾਉਣ ਤੋਂ ਪਹਿਲਾਂ ਇਨ ਟਾਈਮ ਇਹ ਸ਼ਰਟ ਹੈ ਜਿਹੜੀ ਉਹ ਸੁੱਕੀ ਹੋਵੇਗੀ, ਡਰਾਈ ਹੋਵੇਗੀ ਇਨ ਟਾਈਮ। ਇਹ ਥੋੜਾ ਨਾ ਕਿ ਜਦੋਂ ਪਾਵਾਂਗੇ ਉਦੋਂ ਹੀ ਸੁੱਕੇ, ਉਸ ਤੋਂ ਪਹਿਲਾਂ ਸੁੱਕੀ ਹੋਣੀ ਚਾਹੀਦੀ ਹੈ, ਤਾਂ ਕਰਕੇ ਇਨ ਟਾਈਮ। ਆਈ ਹੋਪ ਕਿ ਤੁਸੀਂ ਪਤਾ ਚੱਲ ਗਿਆ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ। ਛੇਵਾਂ, ਦ ਟ੍ਰੇਨ ਸਰਵਿਸ ਇਜ਼ ਨॉट ਵੈਰੀ ਗੁੱਡ, ਕਹਿੰਦਾ ਜਿਹੜੀ ਟ੍ਰੇਨ ਸਰਵਿਸ ਹੈ ਉਹ ज़्यादा वधिया नहीं हैगी। द ट्रेन्स आर रेयरली डैश। हुण देखो एक आप ये गल कह रहे हैं कि जी ट्रेन सर्विस है वो वधिया नहीं हैगी, तो इसलिए आप जी ट्रेन सर्विस है भी ट्रेनस ने बहुत घट आउंदियां ने, इन टाइम तो आप कह ही नहीं सकते भी समय तो पहला बहुत घट ट्रेनस आउंदियां ने, क्योंकि ट्रेन सर्विस तो पहले ही आप कहने कि पुअर है, बहुत गुड नहीं हैगी, ਤਾਂ ਕਰਕੇ समय सिर आ जाए वही बहुत है, क्योंकि समय सिर भी नहीं आउंदियां। इसलिए द ट्रेनस आर रेयरली ऑन टाइम, भी बहुत घट जो ट्रेनस ने ऑन टाइम आउंदियां ने, समय सिर आउंदियां ने, क्योंकि सर्विस गुड नहीं हैगी, तां करके ऑन टाइम। सतवां, आई नियरली मिस्ड माई फ्लाइट दिस मॉर्निंग, कहते इस मॉर्निंग लगभग नियरली मिस्ड, लगभग अपनी फ्लाइट है जी मैं मिस कर ही दी सी, मतलब कि मिस होई नहीं, लगभग मिस कर ही दी सी। मान लो आप बस से जा रहे हैं, बस से सफ़र करने के लिए आप अड्डे ते पर पहुंचे ही अपने जांदियां नूं ही बस आ गई, मतलब कि उदों आप कहांगे कि लगभग जे मैं 1 मिनट लेट हो जाता लगभग मेरी बस मिस ही हो गई सी, तो इसलिए कह रहा कि जी फ्लाइट है लगभग मैं मिस ही करती सी, बट मिस नहीं हुई। आई गॉट टू द एयरपोर्ट, मैं कहना एयरपोर्ट पहुंच गया सी। आई गॉट टू द एयरपोर्ट जस्ट, मतलब कि हुण आपां एयरपोर्ट ते मान लो अपनी जी फ्लाइट है मिस नहीं हुई, इहदा मतलब आपां फ्लाइट का जो टाइम है जाण दा उस तो थोड़ा जिहा पहलां आपां पहुंच गए सी, तां करके ही आपां नूं जिहड़ी अपनी फ्लाइट है वो मिल गई, मतलब कि मिस नहीं कीती। इसलिए आई गॉट टू द एयरपोर्ट, मैं एयरपोर्ट पहुंच गया जस्ट इन टाइम, जस्ट इन टाइम भी थोड़ा समा पहलां ही, ਜਦੋਂ फ्लाइट ने चलना सीगा थोड़ा समा पहला ही मैं उत्थे पहुंच गया सीगा, तां करके मैनू फ्लाइट जिहड़ी मिल गई। अदरवाइज नियरली मिस्ड माई फ्लाइट दिस मॉर्निंग, अदरवाइज मैं मिस कर ही दी सी लगभग, तां करके इन टाइम, क्योंकि आप इन टाइम ही पहुंचांगे एयरपोर्ट ते तां ही आपां नूं फ्लाइट मिलेगी। ये थोड़ा ना कि जहाज़ है जिहड़ा बस चढ़ उड़ान भर रहा आपां नाल दी नाल ऑन टाइम जाके विच बह जांगे, फॉर्मेलिटीज़ भी करनियां हुंदियां ने। 8वां, आई ऑलमोस्ट फॉरगॉट दैट इट वॉज जोज बर्थडे, कहना लगभग मैं भुल ही गया सी कि जो दा बर्थडे है, जन्मदिन है। फॉर्चुनेटली किस्मत नाल आई रिमेंबर डैश। हुण देखो जो दा बर्थडे है, कहना लगभग मैं तो भुल ही गया सी कि जो दा बर्थडे है, कहना पर किस्मत नाल मैनू समय तो पहला याद आ गया, क्योंकि फिर ही जाके उसनू विश करेगा, मतलब कि समय तो पहला कुछ होना। फॉर्चुनेटली आई रिमेंबर्ड इन टाइम, भी समय तो पहला मैनू पता चल गया। अगे लास्ट तुसी अपने आप बनाना है, देखो इस दे विच तुसी कमेंट करके दसने की आएगा। वाई आर यू नैवर डैश, मतलब कि वाई आर यू नैवर इन टाइम या फिर नैवर ऑन टाइम।
ਮਤਲਬ ਤੁਸੀਂ ਸਮੇਂ ਸਿਰ ਕਿਉਂ ਨਹੀਂ ਹੁੰਦੇ ਜਾਂ ਸਮੇਂ ਤੋਂ ਪਹਿਲਾਂ ਕਿਉਂ ਨਹੀਂ ਹੁੰਦੇ। ਅੱਗੇ ਦੇਖੋ, ਯੂ ਆਲਵੇਜ਼ ਕੀਪ ਐਵਰੀਬਡੀ ਵੇਟਿੰਗ, ਤੁਸੀਂ ਹਮੇਸ਼ਾ ਹੀ ਲੋਕਾਂ ਨੂੰ ਵੇਟ ਕਰਵਾਉਂਦੇ ਹੋ, ਇੰਤਜ਼ਾਰ ਕਰਵਾਉਂਦੇ ਹੋ। ਹੁਣ ਤੁਸੀਂ ਇੱਥੇ ਅੰਦਾਜ਼ਾ ਲਾਓ ਵੀ ਆਪਾਂ ਉਸ ਨੂੰ ਕੀ ਕਹਾਂਗੇ ਵੀ ਯਾਰ ਤੂੰ ਸਮੇਂ ਤੋਂ ਪਹਿਲਾਂ ਕਦੇ ਨਹੀਂ ਹੁੰਦਾ, ਜਾਂ ਇਸ ਤਰ੍ਹਾਂ ਕਹਾਂਗੇ ਵੀ ਯਾਰ ਤੂੰ ਸਮੇਂ ਤੋਂ ਪਹਿਲਾਂ ਕਦੇ ਨਹੀਂ ਹੁੰਦਾ, ਤੂੰ ਹਮੇਸ਼ਾ ਲੋਕਾਂ ਨੂੰ ਇੰਤਜ਼ਾਰ ਕਰਵਾਉਣਾ ਹੈ। ਜਾਂ ਫਿਰ ਐਵੇਂ ਕਹਾਂਗੇ ਯਾਰ ਤੂੰ ਸਮੇਂ ਸਿਰ ਕਦੇ ਨਹੀਂ ਹੁੰਦਾ, ਆਲਵੇਜ਼ ਤੂੰ ਲੋਕਾਂ ਨੂੰ ਇੰਤਜ਼ਾਰ ਕਰਵਾਉਣਾ ਹੈ। ਮਤਲਬ ਕਿ ਔਨ ਟਾਈਮ ਜਾਂ ਇਨ ਟਾਈਮ, ਇਹ ਤੁਸੀਂ ਕਮੈਂਟ ਕਰਕੇ ਦੱਸਣਾ। ਸੋ ਇਹ ਸੀ ਆਪਣੀ ਇਸ ਯੂਨਿਟ ਦਾ ਆਪਣਾ ਪਾਰਟ ਫਸਟ। ਐਂਡ ਅੱਗੇ ਆਪਣੀ ਇਸ ਯੂਨਿਟ ਦਾ ਸੈਕੰਡ ਪਾਰਟ ਹੈ ਜਿਹੜਾ ਉਹ ਆਪਾਂ ਕਰਦੇ ਹਾਂ, ਬਿਲਕੁਲ ਆਸਾਨ ਹੈ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਰੀਡ ਦਾ ਸਿਚੁਏਸ਼ਨ ਐਂਡ ਮੇਕ ਸੈਂਟੈਂਸਸ। ਆਪਾਂ ਨੇ ਸਿਚੁਏਸ਼ਨ ਪੜ੍ਹਨੀ ਹੈ, ਉੱਪਰ ਆਪਾਂ ਨੂੰ ਪੂਰੀ ਸਿਚੁਏਸ਼ਨ ਇੱਕ ਸੈਂਟੈਂਸ ਪੂਰਾ ਦਿੱਤਾ ਹੋਇਆ ਹੈ। ਉਸ ਤੋਂ ਬਾਅਦ ਆਪਾਂ ਨੇ ਸੈਂਟੈਂਸ ਬਣਾਉਣਾ ਹੈ ਅੱਗੇ, ਜੋ ਆਪਾਂ ਨੂੰ ਇਨਕੰਪਲੀਟ ਹੈ, ਅੱਗੇ ਆਪਾਂ ਨੇ ਸੈਂਟੈਂਸ ਬਣਾਉਣਾ ਹੈ ਯੂਜ਼ਿੰਗ ਜਸਟ ਇਨ ਟਾਈਮ। ਆਪਾਂ ਨੇ ਜਸਟ ਇਨ ਟਾਈਮ ਦਾ ਯੂਜ਼ ਕਰਨਾ ਹੈ। ਇਹਨਾਂ ਨੇ ਆਪਾਂ ਨੂੰ ਹਰ ਇੱਕ ਸਿਚੁਏਸ਼ਨ ਦੇ ਵਿੱਚ, ਦੇਖੋ ਉੱਪਰ ਪੂਰੀ ਸਿਚੁਏਸ਼ਨ ਦਿੱਤੀ ਹੈ, ਇੱਥੇ ਤੱਕ ਪੂਰਾ ਹੋ ਗਿਆ। ਉਸ ਤੋਂ ਬਾਅਦ ਆਪਾਂ ਨੂੰ ਦੇਖੋ ਇੱਕ ਵਰਬ ਦਿੱਤੀ ਹੋਏਗੀ ਜਾਂ ਫਿਰ ਅੱਗੇ ਆਬਜੈਕਟ ਨਾਲ ਦਿੱਤਾ ਹੋਏਗਾ, ਕੁਝ ਵੀ ਅੱਗੇ ਹੋ ਸਕਦਾ ਹੈ। ਆਪਾਂ ਨੇ ਉਸ ਨੂੰ ਅੱਗੇ ਪੂਰੇ ਸੈਂਟੈਂਸ ਦੇ ਵਿੱਚ ਤਬਦੀਲ ਕਰਨਾ ਹੈ ਤੇ ਨਾਲ ਜਸਟ ਇਨ ਟਾਈਮ ਦਾ ਯੂਜ਼ ਕਰਨਾ ਹੈ। ਤੁਸੀਂ ਨੇ ਕੀ ਕਰਨਾ ਹੈ, ਹਰ ਇੱਕ ਦੇ ਵਿੱਚ ਇਦਾਂ ਹੀ ਹੈ। ਤੁਸੀਂ ਨੇ ਕੀ ਕਰਨਾ ਹੈ, ਇਹ ਵਾਲਾ ਸਟਰਕਚਰ ਬਣਾਉਣਾ ਹੈ। ਦੋ ਸਟਰਕਚਰ ਤੁਸੀਂ ਯਾਦ ਰੱਖਣੇ ਨੇ। ਪਹਿਲਾ, ਸਭ ਤੋਂ ਪਹਿਲਾਂ ਤੁਸੀਂ ਨੇ ਸਬਜੈਕਟ ਦਾ ਯੂਜ਼ ਕਰਨਾ ਹੈ, ਉਸ ਤੋਂ ਬਾਅਦ ਵਰਬ ਦੀ ਸੈਕੰਡ ਫਾਰਮ, ਕਿਉਂਕਿ ਸਾਰੇ ਪਾਸਟ ਦੇ ਵਿੱਚ ਨੇ। ਉਸ ਤੋਂ ਬਾਅਦ ਜੇਕਰ ਕੋਈ ਆਬਜੈਕਟ ਦਿੱਤਾ ਹੋਇਆ, ਇੱਥੇ ਇਹਨਾਂ ਨੇ ਆਬਜੈਕਟ, ਫਿਰ ਆਬਜੈਕਟ ਆ ਜਾਏਗਾ। ਉਸ ਤੋਂ ਬਾਅਦ ਪਲੱਸ ਜਸਟ ਇਨ ਟਾਈਮ। ਐਂਡ ਉਸ ਤੋਂ ਅੱਗੇ ਵੀ ਜੇਕਰ ਕੋਈ ਚੀਜ਼ ਇਹਨਾਂ ਨੇ ਐਕਸਟਰਾ ਦਿੱਤੀ ਹੋਈ ਹੈ ਆਬਜੈਕਟ ਤੋਂ ਬਾਅਦ ਵੀ, ਤਾਂ ਜਸਟ ਇਨ ਟਾਈਮ ਤੋਂ ਬਾਅਦ ਪ੍ਰੈਪੋਜੀਸ਼ਨ ਲਗਾ ਕੇ ਉਹ ਆਪਣਾ ਇੱਥੇ ਆ ਜਾਏਗਾ। ਉਹ ਆਪਾਂ ਕਰਦੇ ਹਾਂ ਕਿਸ ਤਰ੍ਹਾਂ। ਔਰ ਦੂਸਰੀ ਸਿਚੁਏਸ਼ਨ, ਜੇਕਰ ਦੋਨੋਂ ਹੀ ਵਰਬਸ ਹੋਈਆਂ, ਜਿਸ ਤਰ੍ਹਾਂ ਮੈਨੇਜ, ਸਟਾਪ, ਦੋਨੋਂ ਹੀ ਵਰਬ ਨੇ, ਤਾਂ ਸਭ ਤੋਂ ਪਹਿਲਾਂ ਸਬਜੈਕਟ ਦਾ ਯੂਜ਼ ਕਰਨਾ ਹੈ, ਫਿਰ ਵਰਬ ਦੀ ਸੈਕੰਡ ਫਾਰਮ, ਔਰ ਫਿਰ ਜਿਹੜੀ ਅਗਲੀ ਫਾਰਮ ਹੁੰਦੀ ਆ ਉਹਨੂੰ ਆਪਾਂ ਟੂ ਪਲੱਸ ਵਰਬ ਦੀ ਫਸਟ ਫਾਰਮ, ਟੂ ਇਨਫੀਨੇਟਿਵ ਦਾ ਆਪਾਂ ਯੂਜ਼ ਕਰਦੇ ਹਾਂ। ਐਂਡ ਉਸ ਤੋਂ ਅੱਗੇ ਜੇਕਰ ਆਬਜੈਕਟ ਹੋਇਆ ਆਬਜੈਕਟ ਲਗਾ ਦਿਓ, ਅਦਰਵਾਈਜ਼ ਜਸਟ ਇਨ ਟਾਈਮ ਆ ਜਾਏਗਾ। ਠੀਕ ਹੈ, ਤਾਂ ਦੇਖੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਫਸਟ, ਅ ਚਾਈਲਡ ਰੈਨ ਇਨਟੂ ਦਾ ਰੋਡ। ਜਿਹੜਾ ਇੱਕ ਚਾਈਲਡ ਹੈ, ਮਤਲਬ ਰੋਡ ਦੇ ਉੱਪਰ ਜਾ ਰਿਹਾ ਸੀ, ਇਨ ਫਰੰਟ ਆਫ ਯੋਰ ਕਾਰ, ਤੁਹਾਡੀ ਕਾਰ ਦੇ ਸਾਹਮਣੇ ਜਿਹੜਾ ਇੱਕ ਲੜਕਾ ਆ ਗਿਆ ਰੋਡ ਦੇ ਉੱਪਰ। ਯੂ ਸੌ ਦ ਚਾਈਲਡ, ਤੁਸੀਂ ਨੇ ਬੱਚੇ ਨੂੰ ਦੇਖਿਆ, ਐਟ ਦ ਲਾਸਟ ਮੂਮੈਂਟ, ਬਿਲਕੁਲ ਲਾਸਟ ਮੂਮੈਂਟ ਤੇ ਤੁਸੀਂ ਨੇ ਬੱਚੇ ਨੂੰ ਦੇਖਿਆ। ਔਰ ਉਦੋਂ ਬਾਅਦ ਤੁਸੀਂ ਨੇ ਕੀ ਕੀਤਾ, ਮੈਨੇਜ ਸਟਾਪ, ਮਤਲਬ ਕਿ ਤੁਸੀਂ ਨੇ ਮੈਨੇਜ ਕਰ ਲਿਆ ਸਟਾਪ ਆਪਣੀ, ਮਤਲਬ ਜੋ ਵੀ ਤੁਸੀਂ ਗੱਡੀ ਵਗੈਰਾ ਤੇ ਹੈਗੇ ਸੀ ਉਸ ਨੂੰ ਰੋਕਣ ਦੇ ਲਈ ਤੁਸੀਂ ਨੇ ਮੈਨੇਜ ਕਰ ਲਿਆ। ਮਤਲਬ ਕਿ ਜਸਟ ਇਨ ਟਾਈਮ ਲਾਉਣਾ ਹੈ ਵੀ ਜਦੋਂ ਬੱਚਾ ਤੁਹਾਡੀ ਗੱਡੀ ਦੇ ਜਾਂ ਜਿਸ ਵੀ ਤੁਸੀਂ ਚੀਜ਼ ਦੇ ਵਿੱਚ ਹੈਗੇ ਸੀ, ਵਹੀਕਲ ਦੇ ਵਿੱਚ, ਤੁਹਾਡੇ ਸਾਹਮਣੇ ਬੱਚਾ ਆਇਆ, ਤੁਸੀਂ ਨੇ ਜਸਟ ਇਨ ਟਾਈਮ ਮੈਨੇਜ ਕਰ ਲਿਆ, ਰੋਕ ਲਿਆ, ਸਿਰਫ ਥੋੜਾ ਸਮਾਂ ਪਹਿਲਾਂ ਹੀ, ਜਸਟ ਇਨ ਟਾਈਮ। ਤਾਂ ਹੁਣ ਆਪਾਂ ਬਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਹੁਣ ਆਪਾਂ ਬੋਲ ਰਹੇ ਹਾਂ ਆਪਣੀ ਤਰਫੋਂ, ਆਪਾਂ ਮਤਲਬ ਇਹ ਸਿਚੁਏਸ਼ਨ ਆਪਾਂ ਨੂੰ ਦਿੱਤੀ ਗਿਆ ਕਿ ਤੁਹਾਡੀ ਗੱਡੀ ਦੇ ਅੱਗੇ ਕੋਈ ਬੱਚਾ ਆ ਗਿਆ ਸੀ, ਤੁਸੀਂ ਨੇ ਮੈਨੇਜ ਕਰ ਲਿਆ। ਤਾਂ ਹੁਣ ਆਪਾਂ ਕਹਾਂਗੇ ਮੈਨੇਜ ਸਟਾਪ, ਵੀ ਮੈਂ ਮੈਨੇਜ ਕਰ ਲਿਆ, ਮਤਲਬ ਕਿ ਆਈ ਫਿਰ ਵਰਬ ਦੀ ਸੈਕੰਡ ਫਾਰਮ, ਆਈ ਮੈਨੇਜਡ। ਹੁਣ ਦੁਬਾਰਾ ਫਿਰ ਵਰਬ ਦੀ ਫਾਰਮ ਹੈ ਤਾਂ ਟੂ ਪਲੱਸ ਵਰਬ ਦੀ ਫਸਟ ਫਾਰਮ, ਟੂ ਸਟਾਪ। ਹੁਣ ਅੱਗੇ ਕੋਈ ਆਬਜੈਕਟ ਵਗੈਰਾ ਹੈ ਨਹੀਂ ਤਾਂ ਆਪਾਂ ਜਸਟ ਇਨ ਟਾਈਮ ਤਾਂ ਬਣ ਗਿਆ ਆਈ ਮੈਨੇਜਡ ਟੂ ਸਟਾਪ ਜਸਟ ਇਨ ਟਾਈਮ। ਇਸ ਦਾ ਆਨਸਰ ਆ ਗਿਆ। ਦੂਸਰਾ ਦੇਖੋ, ਯੂ ਵਰ ਵਾਕਿੰਗ ਹੋਮ, ਤੁਸੀਂ ਘਰ ਜਾ ਰਹੇ ਸੀਗੇ, ਜਸਟ ਆਫਟਰ ਯੂ ਗॉट ਹੋਮ, ਤੁਹਾਡੇ ਘਰ ਪਹੁੰਚਣ ਤੋਂ ਜਸਟ ਆਫਟਰ, ਬਾਅਦ ਹੀ, ਜੋ ਤੁਸੀਂ ਘਰ ਪਹੁੰਚੇ ਉਸ ਤੋਂ ਜਸਟ ਬਾਅਦ ਹੀ, ਇਟ ਸਟਾਰਟਡ ਟੂ ਰੇਨ, ਵਰਖਾ ਸਟਾਰਟ ਹੋ ਗਈ, ਵੈਰੀ ਹੈਵਲੀ, ਬਹੁਤ ਜ਼ਿਆਦਾ ਭਾਰੀ ਵਰਖਾ ਜਿਹੜੀ ਉਹ ਸਟਾਰਟ ਹੋ ਗਈ ਤੁਹਾਡੇ ਘਰ ਪਹੁੰਚਣ ਤੋਂ ਜਸਟ ਬਾਅਦ ਹੀ, ਜੋ ਤੁਸੀਂ ਘਰ ਪਹੁੰਚੇ ਉਹਦੀ ਵਰਖਾ ਸਟਾਰਟ ਹੋ ਗਈ। ਤਾਂ ਹੁਣ ਆਪਾਂ ਅੱਗੇ ਕੀ ਬਣਾਉਣਾ ਹੈ, ਗੈਟ ਹੋਮ, ਮਤਲਬ ਕਿ ਜਸਟ ਇਨ ਟਾਈਮ। ਆਪਾਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗੇ ਇੱਥੇ ਗੈਟ ਹੋਮ, ਕਿ ਮੈਂ ਘਰੇ ਪਹੁੰਚ ਗਿਆ ਜਸਟ ਇਨ ਟਾਈਮ, ਵੀ ਥੋੜਾ ਸਮਾਂ ਪਹਿਲਾਂ ਹੀ ਮੈਂ ਘਰੇ ਪਹੁੰਚਿਆ, ਵਰਖਾ ਜਿਹੜੀ ਉਸ ਆਉਣ ਤੋਂ ਪਹਿਲਾਂ। ਤਾਂ ਆਪਾਂ ਕਹਾਂਗੇ ਆਈ ਤੋਂ ਇਹਨਾਂ ਨੇ ਸਟਾਰਟ ਦਿੱਤਾ ਹੋਇਆ, ਅਦਰਵਾਈਜ਼ ਆਪਾਂ ਆਈ ਤੋਂ ਹੀ ਸਟਾਰਟ ਕਰਦੇ ਕਿਉਂਕਿ ਸਿਚੁਏਸ਼ਨ ਆਪਾਂ ਨੂੰ ਦਿੱਤੀ ਹੋਈ ਹੈ। ਤਾਂ ਆਪਾਂ ਕਹਾਂਗੇ ਆਈ got object home, I got home just in time, ਵੀ ਥੋੜਾ ਸਮਾਂ ਪਹਿਲਾਂ ਹੀ ਮੈਂ ਘਰੇ ਪਹੁੰਚਿਆ ਔਰ ਉਸ ਤੋਂ ਬਾਅਦ ਹੀ ਵਰਖਾ ਜਿਹੜੀ ਉਹ ਸਟਾਰਟ ਹੋ ਗਈ। ਅਗਲਾ ਦੇਖੋ, ਟਿਮ was going to sit on the chair you have just painted, ਜਿਹੜਾ ਟਿਮ ਹੈ ਉਹ ਕੁਰਸੀ ਤੇ ਬੈਠਣ ਜਾ ਰਿਹਾ ਸੀ, ਯੂ ਹੈਵ ਜਸਟ ਪੇਂਟਡ, ਜਿਸ ਨੂੰ ਤੁਸੀਂ ਨੇ ਹੁਣੇ ਪੇਂਟ ਕੀਤਾ ਉਸ ਕੁਰਸੀ ਨੂੰ, ਮਤਲਬ ਜੇ ਬੈਠੇਗਾ ਉਹ ਤੇ ਰੰਗ ਲੱਗ ਜਾਏਗਾ ਉਹਦੇ ਉੱਪਰ, ਹਨਾ। ਤਾਂ ਇਸ ਲਈ ਯੂ ਸੈਡ, ਇਸ ਲਈ ਤੁਸੀਂ ਨੇ ਕਿਹਾ ਉਸ ਨੂੰ ਡੋਂਟ ਸਿਟ ਔਨ ਦਾ ਚੇਅਰ, ਡੋਂਟ ਸਿਟ ਔਨ ਦੈਟ ਚੇਅਰ, ਵੀ ਇਸ ਚੇਅਰ ਦੇ ਉੱਪਰ ਨਾ ਬੈਠੋ। ਹੁਣ ਆਪਾਂ ਨੇ ਕੀ ਕੀਤਾ, ਉਸ ਨੂੰ ਇਹ ਗੱਲ ਕਹਿ ਕੇ ਸੋ ਹੀ ਡਿਡਨਟ, ਤਾਂ ਇਸ ਲਈ ਉਹ ਕੁਰਸੀ ਤੇ ਨਹੀਂ ਬੈਠਾ, ਤਾਂ ਇਸ ਲਈ ਆਪਾਂ ਨੇ ਕੀ ਕਰਤਾ, ਸਟਾਪ ਹਿਮ, ਆਪਾਂ ਨੇ ਉਸ ਨੂੰ ਰੋਕਤਾ, ਮਤਲਬ ਕਿ ਜਸਟ ਇਨ ਟਾਈਮ ਰੋਕਤਾ,
ਵੀ ਕੁਰਸੀ ਤੋਂ ਬੈਠਿਆ ਨਹੀਂ, ਉਸ ਤੋਂ ਪਹਿਲਾਂ ਹੀ ਆਪਾਂ ਨੇ ਉਸ ਨੂੰ ਰੋਕਤਾ। ਤਾਂ ਮਤਲਬ ਕਿੰਨਾ ਨੇ ਰੋਕਿਆ? ਆਪਾਂ ਨੇ ਰੋਕਿਆ, ਮੈਂ ਰੋਕਿਆ। ਇਹ ਆਪਾਂ ਨੂੰ ਕਹਿ ਰਹੇ ਨੇ ਸਿਚੁਏਸ਼ਨ ਆਈ, ਤਾਂ ਇਸ ਲਈ ਆਈ ਸੈਕਿੰਡ ਫਾਰਮ ਕਰ ਦਾਂਗੇ ਸਟਾਪਡ। ਆਈ ਸਟਾਪਡ ਆਬਜੈਕਟ ਹੈਗਾ ਹਿਮ, ਆਈ ਸਟਾਪਡ ਹਿਮ ਜਸਟ ਇਨ ਟਾਈਮ, ਜਸਟ ਇਨ ਟਾਈਮ। ਇਹ ਆਪਣਾ ਆਨਸਰ ਆ ਗਿਆ, ਬਿਲਕੁਲ ਈਜ਼ੀ ਹੈ। ਅਗਲਾ ਦੇਖੋ ਲਾਸਟ, ਯੂ ਐਂਡ ਅ ਫਰੈਂਡ। ਹੁਣ ਆਪਾਂ ਦੋ ਜਣੇ ਹੋ ਗਏ ਹੈ ਨਾ, ਪਹਿਲਾਂ ਆਈ ਇੱਕ ਸੀ ਤਾਂ ਇੱਥੇ ਵੀ ਆਏਗਾ, ਪਹਿਲਾਂ ਤੋਂ ਇਹਨਾਂ ਨੇ ਆਪਾਂ ਨੂੰ ਦਿੱਤਾ ਵੀ ਹੈ। ਯੂ ਐਂਡ ਅ ਫਰੈਂਡ ਵੈਂਟ ਟੂ ਦ ਸਿਨੇਮਾ। ਤੁਸੀਂ ਅਤੇ ਤੁਹਾਡਾ ਦੋਸਤ ਸਿਨੇਮੇ ਦੇ ਵਿੱਚ ਗਏ। ਯੂ ਵਰ ਲੇਟ, ਤੁਸੀਂ ਥੋੜਾ ਲੇਟ ਹੋ ਗਏ। ਐਂਡ ਯੂ ਥੋਟ, ਅਤੇ ਤੁਸੀਂ ਨੇ ਸੋਚਿਆ ਯੂ ਵੁੱਡ ਮਿਸ ਦ ਬਿਗਨਿੰਗ ਆਫ ਦ ਫਿਲਮ, ਕਿ ਤੁਸੀਂ ਫਿਲਮ ਦੀ ਬਿਗਨਿੰਗ ਹੈ ਜਿਹੜੀ ਉਹ ਸਟਾਰਟਿੰਗ ਹੈ ਜਿਹੜੀ ਉਹ ਮਿਸ ਕਰ ਦੋਗੇ, ਕਿਉਂਕਿ ਤੁਸੀਂ ਥੋੜਾ ਲੇਟ ਹੋ ਗਏ ਸਿਨੇਮਾ ਪਹੁੰਚਣ ਦੇ ਲਈ। ਬਟ ਦ ਫਿਲਮ ਬਿਗੈਨ ਜਸਟ ਐਜ਼ ਯੂ ਸੈਟ ਡਾਊਨ ਇਨ ਦ ਚੇਅਰ ਇਨ ਦ ਸਿਨੇਮਾ। ਬਟ ਜਿਹੜੀ ਫਿਲਮ ਹੈ ਕਹਿੰਦੇ ਉਦੋਂ ਸਟਾਰਟ ਹੋਈ ਜਦੋਂ ਤੁਸੀਂ ਜਸਟ ਸਿਨੇਮੇ ਦੇ ਵਿੱਚ ਜਾ ਕੇ ਉੱਥੇ ਬੈਠ ਗਏ। ਮਤਲਬ ਕਿ ਗੈਟ ਸਿਨੇਮਾ ਬਿਗਨਿੰਗ ਫਿਲਮ, ਮਤਲਬ ਕਿ ਤੁਸੀਂ ਸਿਨੇਮੇ ਦੇ ਵਿੱਚ ਪਹੁੰਚ ਗਏ। ਗੈਟ ਸਿਨੇਮਾ, ਤੁਸੀਂ ਸਿਨੇਮੇ ਦੇ ਵਿੱਚ, ਜਾਂ ਫਿਰ ਆਪਾਂ ਇੱਥੇ ਅਸੀਂ ਕਹਾਂਗੇ ਕਿ ਅਸੀਂ ਸਿਨੇਮੇ ਦੇ ਵਿੱਚ ਪਹੁੰਚ ਗਏ। ਬਿਗਨਿੰਗ ਫਿਲਮ ਮਤਲਬ ਕਿ ਜਸਟ ਇਨ ਟਾਈਮ ਪਹੁੰਚ ਗਏ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ, ਮਤਲਬ ਕਿ ਸਾਡੇ ਜਾਣ ਤੋਂ ਪਹਿਲਾਂ ਫਿਲਮ ਹਜੇ ਸ਼ੁਰੂ ਨਹੀਂ ਹੋਈ ਸੀ। ਤਾਂ ਸਭ ਤੋਂ ਪਹਿਲਾਂ ਆਪਾਂ ਵੀ ਤੋਂ ਬਾਅਦ ਸੈਕਿੰਡ ਫਾਰਮ ਵੀ ਗॉट, ਉਸ ਤੋਂ ਸਿਨੇਮਾ, ਆਪਾਂ ਸਿਨੇਮੇ 'ਚ ਪਹੁੰਚੇ ਗਏ, ਤਾਂ ਇੱਥੇ ਟੂ ਆ ਜਿਹੜੀ ਪ੍ਰੈਪੋਜੀਸ਼ਨ ਲੱਗੇਗੀ। ਵੀ ਗॉट ਟੂ ਦ ਸਿਨੇਮਾ, ਵੀ ਗॉट ਟੂ ਦ ਸਿਨੇਮਾ ਜਸਟ ਇਨ ਟਾਈਮ, ਜਸਟ ਇਨ ਟਾਈਮ। ਇੱਥੇ ਤੱਕ ਹੋ ਗਿਆ। ਅੱਗੇ ਵੀ ਆਪਾਂ ਨੂੰ ਦਿੱਤਾ ਬਿਗਨਿੰਗ ਫਿਲਮ, ਮਤਲਬ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ, ਤਾਂ ਇੱਥੇ ਆਪਾਂ ਲਗਾਵਾਂਗੇ ਪ੍ਰੈਪੋਜੀਸ਼ਨ ਵੀ ਗॉट ਟੂ ਦ ਸਿਨੇਮਾ ਜਸਟ ਇਨ ਟਾਈਮ ਫॉर ਦ ਬਿਗਨਿੰਗ ਆਫ ਦ ਫਿਲਮ, ਫॉर ਦ ਬਿਗਨਿੰਗ ਆਫ ਦ ਫਿਲਮ। ਇੱਥੇ ਜੇਕਰ ਚਾਹੋ ਤੁਸੀਂ ਇਹ ਵੀ ਬਣਾ ਸਕਦੇ ਹੋ, ਵੀ ਗॉट ਟੂ ਦ ਸਿਨੇਮਾ ਜਸਟ ਇਨ ਟਾਈਮ ਟੂ ਸੀ ਦ ਬਿਗਨਿੰਗ ਆਫ ਦ ਫਿਲਮ। ਇਹ ਵੀ ਬਿਲਕੁਲ ਰਾਈਟ ਹੋਏਗਾ। ਸੋ ਇਹ ਸੀ ਆਪਣੀ ਇਸ ਯੂਨਿਟ ਦਾ ਆਪਣਾ ਪਾਰਟ ਸੈਕੰਡ, ਐਂਡ ਇਸ ਤੋਂ ਅੱਗੇ ਆਪਣੀ ਇਸ ਯੂਨਿਟ ਦਾ ਆਪਾਂ ਥਰਡ ਅਤੇ ਫੋਰਥ ਪਾਰਟ ਕਰਦੇ ਹਾਂ। ਬਿਲਕੁਲ ਹੀ ਆਸਾਨ ਹੈ, ਇਹ ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ, ਬਟ ਚਲੋ ਫਿਰ ਵੀ ਆਪਾਂ ਇੱਕ ਵਾਰ ਇਹਨਾਂ ਨੂੰ ਸੋਲਵ ਕਰਦੇ ਹਾਂ। ਕਰਨਾ ਕੀ ਹੈ, ਪਹਿਲਾਂ ਥਰਡ ਪਾਰਟ ਦੇ ਵਿੱਚ ਕੀ ਕਰਨਾ ਹੈ, ਕੰਪਲੀਟ ਦ ਸੈਂਟੈਂਸਸ ਯੂਜ਼ਿੰਗ ਐਟ ਦ ਐਂਡ ਪਲੱਸ ਦ ਫੋਲੋਇੰਗਸ। ਆਪਾਂ ਨੇ ਇਹਨਾਂ ਸਾਰਿਆਂ ਦੇ ਵਿੱਚ ਪੰਜ ਜਿਹੜੇ ਸੈਂਟੈਂਸ ਨੇ, ਆਪਾਂ ਇਹਨਾਂ ਦੇ ਐਂਡ ਦੇ ਉੱਪਰ ਐਟ ਦਾ ਐਂਡ ਹੀ ਯੂਜ਼ ਕਰਨਾ ਹੈ, ਐਟ ਦਾ ਐਂਡ ਹੀ ਯੂਜ਼ ਕਰਨਾ ਹੈ। ਉਸ ਤੋਂ ਬਾਅਦ ਪਲੱਸ ਜਿਹੜਾ ਫੋਲੋਇੰਗਸ ਨੇ ਇਹ ਯੂਜ਼ ਕਰਨਾ ਹੈ। ਜਿਸ ਤਰ੍ਹਾਂ ਮੰਨ ਲਓ ਐਟ ਦਾ ਐਂਡ ਆਫ ਦ ਇੰਟਰਵਿਊ, ਐਟ ਦਾ ਐਂਡ ਆਫ ਦ ਮੰਥ, ਐਟ ਦਾ ਐਂਡ ਆਫ ਦ ਰੇਸ, ਐਟ ਦਾ ਐਂਡ ਆਫ ਦ ਗੇਮ, ਐਟ ਦਾ ਐਂਡ ਆਫ ਦ ਕੋਰਸ। ਆਪਾਂ ਨੇ ਇਸ ਤਰ੍ਹਾਂ ਯੂਜ਼ ਕਰਨੇ ਨੇ। ਬਟ ਅੱਗੇ ਆਪਾਂ ਸੈਂਟੈਂਸ ਦੀ ਸੈਂਸ ਦੇ ਮੁਤਾਬਕ ਦੇਖਣਾ ਕਿ ਉੱਪਰੋਂ ਆਪਾਂ ਕਿਹੜਾ ਲਵਾਂਗੇ। ਦੇਖੋ ਸਟਾਰਟ ਕਰਦੇ ਹਾਂ। ਫਸਟ, ਦ ਪਲੇਅਰਸ ਸ਼ੂਕ ਹੈਂਡਸ। ਸ਼ੂਕ ਹੁੰਦਾ ਹੱਥ, ਮਤਲਬ ਹਿਲਾਉਣਾ। ਹੁਣ ਦੇਖੋ ਪਲੇਅਰਸ ਦੀ ਗੱਲ ਹੋ ਰਹੀ ਹੈ, ਇਹਦਾ ਮਤਲਬ ਕਿਸੇ ਖੇਡ ਦੀ ਗੱਲ ਹੋ ਰਹੀ ਹੈ, ਗੇਮ ਦੀ, ਤਾਂ ਮਤਲਬ ਕਿ ਇਹਦੇ ਵਿੱਚ ਆਪਾਂ ਦ ਗੇਮ ਇਹ ਆਏਗਾ। ਦ ਪਲੇਅਰਸ ਸ਼ੂਕ ਹੈਂਡਸ ਐਟ ਦ ਐਂਡ ਆਫ ਦ ਗੇਮ, ਐਟ ਦ ਐਂਡ ਆਫ ਦ ਗੇਮ। ਇਹ ਆਪਣਾ ਇੱਥੇ ਕੰਪਲੀਟ ਹੋ ਗਿਆ। ਅਗਲਾ ਦੇਖੋ, I usually get paid, ਮੈਂ ਅਕਸਰ ਪੇ ਕਰਦਾ। ਹੁਣ ਦੇਖੋ ਉੱਪਰੋਂ ਕੀ ਆ ਸਕਦਾ ਹੈ, ਮੈਂ ਅਕਸਰ ਪੇ ਕਰਦਾ ਕੋਰਸ ਦੇ ਅੰਤ ਤੇ, ਜਾਂ ਮੈਂ ਇੰਟਰਵਿਊ ਦੇ ਅੰਤ ਤੇ ਪੇ ਕਰਦਾ, ਜਾਂ ਮੈਂ ਮੰਥ ਦੇ ਅੰਤ ਤੇ ਪੇ ਕਰਦਾ, ਜਾਂ ਮੈਂ ਰੇਸ ਦੇ ਐਂਡ ਤੇ ਪੇ ਕਰਦਾ। ਦੇਖੋ ਇਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਢੁਕਵਾਂ ਦੇਖੀਏ ਤਾਂ ਦ ਮੰਥ, ਆਪਾਂ ਕੋਈ ਵੀ ਚੀਜ਼ ਮੰਨ ਲਓ ਪੇ ਕਰਦੇ ਹਾਂ, ਪੇਡ ਕਰਦੇ ਹਾਂ, ਮੰਨ ਲਓ ਜਦੋਂ ਆਪਾਂ ਨੂੰ ਮਹੀਨਾ ਪੂਰਾ ਹੋ ਜਾਂਦਾ ਉਦੋਂ ਆਪਾਂ ਪੇ ਕਰਦੇ ਹਾਂ, ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਐਟ ਦਾ ਐਂਡ ਦਾ ਲਗਾਉਣਾ ਹੀ ਹੈ, ਐਟ ਦਾ ਐਂਡ of the month, ਹੁਣ ਕਈ ਬੱਚੇ ਐਟ ਦ ਐਂਡ ਆਫ ਦਾ ਕੋਰਸ ਵੀ ਸੋਚ ਸਕਦੇ ਸੀ, ਬਟ ਜੇਕਰ ਤੁਸੀਂ ਦੇਖੋ ਅਗਲੇ ਵਾਲੇ ਵੀ ਪੜ੍ਹੋ, ਹਰ ਇੱਕ 'ਚ ਇੱਕ ਆਏਗਾ, ਤਾਂ ਫਿਰ ਉਹਨਾਂ ਦੇ ਵਿੱਚ ਦਾ ਮੰਥ ਜਿਹੜਾ ਉਹ ਢੁਕਵਾਂ ਨਹੀਂ ਹੋਣਾ ਸੀਗਾ। ਅਗਲਾ ਕੀ ਹੈ ਦੇਖੋ, ਦ ਸਟੂਡੈਂਟਸ ਹੈਡ ਅ ਪਾਰਟੀ। ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਪਾਰਟੀ ਕੀਤੀ, ਤਾਂ ਪਾਰਟੀ ਕਿਸ ਚੀਜ਼ ਤੋਂ ਬਾਅਦ ਕਰ ਸਕਦੇ ਨੇ ਸਟੂਡੈਂਟਸ, ਦੇਖੋ ਕੋਰਸ ਇੱਥੇ ਆਏਗਾ, ਆਪਣਾ ਕੋਰਸ ਕੰਪਲੀਟ ਹੋਣ ਤੋਂ ਬਾਅਦ ਜਾਂ ਕੋਰਸ ਦੇ ਅੰਤ ਤੇ, ਹੈ ਨਾ, ਕਿਉਂਕਿ ਜਦੋਂ ਵੀ ਆਪਾਂ ਕੋਈ ਕੋਰਸ ਆਪਣਾ ਅੰਤ ਹੁੰਦਾ ਆਪਣੀ ਕੋਈ ਵੀ ਕਲਾਸ ਦਾ, ਆਪਾਂ ਫੇਅਰਵੈਲ ਪਾਰਟੀ ਵਗੈਰਾ ਕਰਦੇ ਹਾਂ, ਹੈ ਨਾ, ਤਾਂ ਕਰਕੇ ਐਟ ਦ ਐਂਡ ਆਫ ਦ ਕੋਰਸ, ਐਟ ਦ ਐਂਡ ਆਫ ਦ ਕੋਰਸ। ਬਿਲਕੁਲ ਆਸਾਨ ਨੇ, ਐਟ ਦ ਐਂਡ ਹੀ ਯੂਜ਼ ਕਰਨਾ ਆਪਾਂ ਨੇ ਸਾਰੇ ਕਿਤੇ। ਅੱਗੇ ਟੂ ਆਫ ਦ ਰਨਰਸ, ਦੋ ਜਿਹੜੇ ਰਨਰਸ ਨੇ
ਕੋਲੈਪਸਡ, ਕੋਲੈਪਸਡ ਹੁੰਦਾ ਡਿੱਗਣਾ, ਕੋਲੈਪਸਡ। ਹੁਣ ਰਨਰਸ ਨੇ ਜਿਹੜੇ, ਰਨਰਸ ਦਾ ਉੱਪਰੋਂ ਕਿਸ ਨਾਲ ਸੰਬੰਧ ਹੋਏਗਾ? ਦੇਖੋ ਜੇਕਰ ਦੇਖੀਏ ਆਪਾਂ ਜਿਹੜੇ ਰਨਰਸ ਨੇ ਉਹਨਾਂ ਦਾ ਸੰਬੰਧ ਹੋਏਗਾ ਰੇਸ ਨਾਲ, ਕਿਉਂਕਿ ਰਨਰਸ ਹੁੰਦੇ ਦੌੜਨ ਵਾਲੇ, ਤਾਂ ਰੇਸ ਤਾਂ ਇੱਥੇ ਹੈਗਾ ਐਟ ਦ ਐਂਡ ਆਫ ਦ ਰੇਸ, ਐਟ ਦ ਐਂਡ ਆਫ ਦ ਰੇਸ, ਰੇਸ ਦੇ ਅੰਤ ਤੇ ਦੋਨੋਂ ਹੀ ਜਿਹੜੇ ਰਨਰਸ ਨੇ ਉਹ ਮਤਲਬ ਕਿ ਗਿਰ ਗਏ, ਡਿੱਗ ਪਏ। ਟੂ ਮਾਈ ਸਰਪ੍ਰਾਈਜ਼, ਮੈਨੂੰ ਸਰਪ੍ਰਾਈਜ਼ ਦੇਣ ਦੇ ਲਈ, ਹੈ ਨਾ, ਮੇਰੇ ਸਰਪ੍ਰਾਈਜ਼ ਦੇ ਲਈ ਆਈ ਵਾਜ਼ ਆਫਰਡ ਦਾ ਜੌਬ, ਮੈਨੂੰ ਜੌਬ ਆਫਰ ਕੀਤੀ ਗਈ। ਐਟ ਦ ਐਂਡ ਕਿਸ ਚੀਜ਼ ਤੋਂ ਬਾਅਦ ਜੌਬ ਕੀ ਆਫਰ ਕੀਤੀ ਗਈ? ਐਟ ਦ ਐਂਡ ਆਫ ਦ ਇੰਟਰਵਿਊ, ਆਫ ਦ ਇੰਟਰਵਿਊ। ਤਾਂ ਇਸ ਤਰ੍ਹਾਂ ਸਾਰਿਆਂ ਦੇ ਨਾਲ ਆਪਾਂ ਐਟ ਦਾ ਐਂਡ ਉਸ ਤੋਂ ਬਾਅਦ ਉੱਪਰੋਂ ਆਪਾਂ ਲਗਾਉਂਦੇ ਜਾਵਾਂਗੇ। ਹੁਣ ਅਗਲੇ ਦੇ ਵਿੱਚ ਕੀ ਕਰਨਾ ਹੈ? ਰਾਈਟ ਸੈਂਟੈਂਸਸ ਵਿਦ ਇਨ ਦਾ ਐਂਡ ਯੂਜ਼ ਦਾ ਵਰਬ ਇਨ ਬ੍ਰੈਕਟਸ। ਹੁਣ ਇਹਨਾਂ ਦੇ ਵਿੱਚ ਆਪਾਂ ਸਾਰਿਆਂ ਦੇ ਅੰਤ ਤੇ ਆਪਾਂ ਨੇ ਦੇਖੋ ਇੰਨਾ ਆਪਾਂ ਨੂੰ ਇਹਨਾਂ ਨੇ ਦਿੱਤਾ, ਲਾਸਟ ਦੇ ਉੱਪਰ ਸਾਰਿਆਂ ਦੇ ਵਿੱਚ ਆਪਾਂ ਨੂੰ ਵਰਬ ਦਿੱਤੀ ਗਈ ਹੈ। ਤਾਂ ਹੁਣ ਆਪਾਂ ਨੇ ਕੀ ਕਰਨਾ ਹੈ? ਅੱਗੇ ਇਸ ਨੂੰ ਕੰਪਲੀਟ ਕਰਨਾ ਹੈ ਇਨ ਦਾ ਐਂਡ ਲਗਾ ਕੇ। ਪਹਿਲੀ ਗੱਲ ਮੈਂ ਤੁਹਾਨੂੰ ਦੱਸਿਆ ਸੀ ਇਨ ਦਾ ਐਂਡ ਕਦੋਂ ਯੂਜ਼ ਕਰਦੇ ਹਾਂ? ਫਾਈਨਲੀ, ਆਖਿਰਕਾਰ, ਕਿ ਆਪਾਂ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਆਪਾਂ ਨੂੰ ਕਿਸੇ ਚੀਜ਼ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ ਸੀ, ਤਾਂ ਆਖਿਰਕਾਰ ਆਪਣੀ ਪ੍ਰੋਬਲਮ ਸੋਲਵ ਹੋ ਗਈ ਜਾਂ ਫਿਰ ਆਖਿਰਕਾਰ ਆਪਣਾ ਕੰਮ ਹੋ ਗਿਆ। ਔਰ ਦੂਸਰਾ ਮੈਂ ਦੱਸਿਆ ਸੀ ਇਨ ਦਾ ਐਂਡ ਯੂਜ਼ ਕਰਦੇ ਆਪਾਂ ਜਦੋਂ ਸੈਂਟੈਂਸ ਪਾਸਟ ਦੇ ਵਿੱਚ ਹੁੰਦਾ। ਹਮੇਸ਼ਾ ਦੇਖਿਓ ਇਹ ਸਾਰੇ ਪਾਸਟ ਦੇ ਵਿੱਚ ਹੀ ਹੋਣਗੇ, ਤਾਂ ਕਰਕੇ ਇਨ ਦਾ ਐਂਡ ਯੂਜ਼ ਹੋਏਗਾ। ਤੁਸੀਂ ਨੇ ਕਰਨਾ ਕੀ ਹੈ? ਹੁਣ ਜਦੋਂ ਉੱਥੇ ਯੂਜ਼ ਕਰੋਗੇ ਸਭ ਤੋਂ ਪਹਿਲਾਂ ਤੁਸੀਂ ਨੇ ਇਨ ਦਾ ਐਂਡ ਯੂਜ਼ ਕਰਨਾ ਹੈ। ਇਨ ਦਾ ਐਂਡ ਉਸ ਤੋਂ ਬਾਅਦ ਪਲੱਸ ਸਬਜੈਕਟ। ਪਲੱਸ ਸਬਜੈਕਟ ਕਿਹੜਾ? ਜਿਹੜਾ ਸਬਜੈਕਟ ਇੱਧਰ ਦਿੱਤਾ ਹੋਏਗਾ ਆਪਾਂ ਨੂੰ ਆਪਣੇ ਆਪ ਪਤਾ ਚੱਲੇਗਾ। ਉਸ ਤੋਂ ਬਾਅਦ ਜਿਹੜੀ ਆਪਾਂ ਨੂੰ ਇਹ ਵਰਬ ਦਿੱਤੀ ਗਈ ਹੈ, ਆਪਾਂ ਨੇ ਉਹ ਵਰਬ ਹੈ ਜਿਹੜੀ ਉਹ ਯੂਜ਼ ਕਰਨੀ ਹੈ। ਠੀਕ ਹੈ, ਉਹ ਕਿਸ ਤਰ੍ਹਾਂ ਯੂਜ਼ ਕਰਨੀ ਹੈ ਉਹ ਆਪਾਂ ਦੇਖੋ ਅੱਗੇ। ਉਸ ਤੋਂ ਬਾਅਦ ਪਲੱਸ ਆਬਜੈਕਟ ਵੀ ਆ ਸਕਦਾ ਹੈ। ਬਿਲਕੁਲ ਈਜ਼ੀ ਹੈ, ਦੇਖੋ ਜਦੋਂ ਕਰਾਂਗੇ ਤੁਹਾਨੂੰ ਸਮਝ ਆ ਜਾਏਗਾ। ਦੇਖੋ ਫਸਟ ਦੇ ਵਿੱਚ ਹੀ ਸਮਝ ਜਾਓਗੇ। ਫਸਟ ਦੇਖੋ, ਵੀ ਹੈਡ ਅ ਲੋਟ ਆਫ ਪ੍ਰੋਬਲਮਸ ਵਿਦ ਆਰ ਕਾਰ, ਸਾਨੂੰ ਸਾਡੀ ਕਾਰ ਦੇ ਨਾਲ ਬਹੁਤ ਪ੍ਰੋਬਲਮਸ ਆ ਰਹੀਆਂ ਸੀ। ਤਾਂ ਇਸ ਕਰਕੇ ਕਹਿੰਦੇ ਬ੍ਰੈਕਟ ਦੇ ਵਿੱਚ ਕੀ ਹੈ? ਇਸ ਕਰਕੇ ਸੈਲ, ਮਤਲਬ ਕਿ ਵੇਚਤੀ। ਕਹਿਣ ਦਾ ਮਤਲਬ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਨੂੰ ਸਾਡੀ ਕਾਰ ਹੈ ਜਿਹੜੀ ਉਹ ਬਹੁਤ ਪ੍ਰੋਬਲਮਸ ਦੇ ਰਹੀ ਸੀ, ਤਾਂ ਆਖਿਰਕਾਰ ਅਸੀਂ ਨੇ ਉਸ ਨੂੰ ਵੇਚਤਾ। ਤਾਂ ਇਸ ਲਈ ਆਪਾਂ ਕਹਾਂਗੇ ਇਨ ਦਾ ਐਂਡ। ਹੁਣ ਸਬਜੈਕਟ ਕੀ ਲਾਵਾਂਗੇ? ਵੀ ਹੈਡ ਲੋਟ ਆਫ ਪ੍ਰੋਬਲਮਸ, ਮਤਲਬ ਕਿ ਵੀ ਹੈ, ਤਾਂ ਕਰਕੇ ਇਨ ਦਾ ਐਂਡ ਵੀ ਦਾ ਵਰਬ ਦੀ ਸੈਕਿੰਡ ਫਾਰਮ, ਵੀ ਸੋਲਡ। ਇੱਥੇ ਵੀ ਸੋਲਡ ਅਰ ਕਾਰ ਜਾਂ ਫਿਰ ਇਟ, ਵੀ ਸੋਲਡ ਇਟ, ਪ੍ਰੈਪੋਜੀਸ਼ਨ ਯੂਜ਼ ਕਰ ਸਕਦੇ ਹਾਂ, ਵੀ ਸੋਲਡ ਇਟ। ਅਗਲੇ ਦੇਖੋ ਸੈਕਿੰਡ, ਐਨਾ ਗॉट, ਇੱਥੇ ਆਪਣਾ ਜਿਹੜਾ ਸਬਜੈਕਟ ਹੈ ਐਨਾ, ਯਾਦ ਰੱਖਿਓ। ਐਨਾ ਗॉट ਮੋਰ ਐਂਡ ਮੋਰ ਫੈਡ ਅਪ, ਐਨਾ ਗॉट ਮੋਰ ਐਂਡ ਮੋਰ ਫੈਡ ਅਪ ਵਿਦ ਹਰ ਜੌਬ। ਆਪਣੀ ਜੌਬ ਦੇ ਨਾਲ ਜਿਹੜੀ ਐਨਾ ਬਹੁਤ ਫੈਡ ਅਪ ਹੋ ਰਹੀ ਸੀ, ਤਾਂ ਇਸ ਲਈ ਉਸਨੇ ਫਾਈਨਲੀ ਕੀ ਕੀਤਾ? ਰਿਜ਼ਾਈਨ ਕਰਤਾ। ਤਾਂ ਇਨ ਦਾ ਐਂਡ ਹੁਣ ਐਨਾ, ਇੱਥੇ ਐਨਾ ਇੱਕ ਲੜਕੀ ਹੈ ਤਾਂ ਸ਼ੀ ਸਬਜੈਕਟ ਆ ਜੀ ਸ਼ੀ। ਇਨ ਦਾ ਐਂਡ ਸ਼ੀ ਰਿਜ਼ਾਈਨਡ, ਤਾਂ ਇਸ ਤਰ੍ਹਾਂ ਆਪਣਾ ਆਂਸਰ ਆ ਗਿਆ। ਥਰਡ, ਆਈ ਟਰਾਈਡ ਟੂ ਲਰਨ ਜਰਮਨ, ਮੈਂ ਜਰਮਨ ਸਿੱਖਣ ਦੀ ਕੋਸ਼ਿਸ਼ ਕੀਤੀ, ਬਟ ਆਈ ਫਾਊਂਡ ਇਟ ਟੂ ਡਿਫਿਕਲਟ, ਪਰ ਮੈਨੂੰ ਇਹ ਬਹੁਤ ਜ਼ਿਆਦਾ ਡਿਫਿਕਲਟ ਲੱਗੀ। ਤਾਂ ਇਸ ਲਈ ਉਸਨੇ ਕੀ ਕਰਤਾ? ਗਿਵ ਅਪ, ਛੱਡਤੀ। ਤਾਂ ਕਰਕੇ ਇਨ ਦਾ ਐਂਡ ਸਬਜੈਕਟ ਕੀ ਹੈ? ਆਈ। ਇਨ ਦਾ ਐਂਡ ਆਈ ਸੈਕਿੰਡ ਫਾਰਮ ਹੀ ਲਾਵਾਂਗੇ, ਗੇਵ ਅਪ, ਸੈਕਿੰਡ ਫਾਰਮ ਹੀ ਲਾਉਣੀ ਹੈ, ਗੇਵ ਅਪ। ਉਸ ਤੋਂ ਬਾਅਦ ਲਾਸਟ ਦੇ ਵਿੱਚ ਕੀ ਕਹਿ ਰਿਹਾ ਹੈ? ਵੀ ਕੁਡਨਟ ਡਿਸਾਈਡ, ਅਸੀਂ ਡਿਸਾਈਡ ਨਹੀਂ ਕਰ ਸਕੇ, ਵੈਦਰ ਟੂ ਗੋ ਟੂ ਦ ਪਾਰਟੀ ਔਰ ਨੋਟ, ਕਿ ਅਸੀਂ ਪਾਰਟੀ ਦੇ ਵਿੱਚ ਜਾਈਏ ਜਾਂ ਫਿਰ ਨਾ ਜਾਈਏ, ਹੈ ਨਾ। ਤਾਂ ਉਸ ਤੋਂ ਬਾਅਦ ਕੀ ਕਹਿੰਦਾ? ਵੀ ਅੰਤ ਤੇ ਉਹਨਾਂ ਨੇ ਨੋਟ ਗੋ, ਤਾਂ ਫਿਰ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਨਹੀਂ ਜਾਂਦੇ। ਤਾਂ ਕਰਕੇ ਇਨ ਦਾ ਐਂਡ ਹੁਣ ਦੇਖੋ ਸਬਜੈਕਟ ਕੀ ਹੈ? ਵੀ। ਇਨ ਦਾ ਐਂਡ ਵੀ, ਇੱਥੇ ਨੈਗੇਟਿਵ ਹੈ ਨੋਟ ਗੋ। ਇਨ ਦਾ ਐਂਡ ਵੀ, ਕਿਉਂਕਿ ਆਪਾਂ ਪਾਸਟ ਦੇ ਵਿੱਚ ਕਰਨਾ ਹੈ, ਤਾਂ ਪਾਸਟ ਦਾ ਨੈਗੇਟਿਵ ਡਿਡਨਟ, ਵੀ ਡਿਡਨਟ ਗੋ, ਤਾਂ ਇਹ ਆਪਣਾ ਆਂਸਰ ਆ ਜਾਏਗਾ। ਇਨ ਦਾ ਐਂਡ ਵੀ ਡਿਡਨਟ ਗੋ। ਸੋ ਬਿਲਕੁਲ ਈਜ਼ੀ ਹੈ, ਜੇਕਰ ਤੁਸੀਂ ਧਿਆਨ ਦੇ ਨਾਲ ਇਹਨਾਂ ਨੂੰ ਦੇਖੋ ਆਪਣੇ ਆਪ ਵੀ ਬਣਾ ਸਕਦੇ ਹੋ। ਸੋ ਇਹ ਸੀ ਆਪਣੀ ਇਸ ਯੂਨਿਟ ਦਾ ਆਪਣਾ ਪਾਰਟ 3rd ਐਂਡ 4th। ਐਂਡ ਹੁਣ ਆਪਣੀ ਇਸ ਯੂਨਿਟ ਦਾ ਲਾਸਟ ਪਾਰਟ ਹੈ ਜਿਹੜਾ ਉਹ ਆਪਾਂ ਕਰਨ ਜਾ ਰਹੇ ਹਾਂ, ਬਹੁਤ ਇੰਪੋਰਟੈਂਟ ਹੈ। ਐਗਜ਼ਾਮਸ ਦੇ ਵਿੱਚ ਇਹਦੇ ਵਿੱਚੋਂ ਸੈਂਟੈਂਸ ਜਿਹੜਾ ਉਹ ਆ ਸਕਦਾ ਹੈ। ਇਸ ਵਿੱਚ ਆਪਾਂ ਨੇ ਕੀ ਕਰਨਾ ਹੈ? ਪੁੱਟ ਇਨ ਐਟ ਔਰ ਇਨ, ਆਪਾਂ ਨੇ ਐਟ ਜਾਂ ਫਿਰ ਇਨ ਦਾ ਯੂਜ਼ ਕਰਨਾ ਹੈ। ਮਤਲਬ ਕਿ ਹਰ ਇੱਕ ਬਲੈਂਕ ਤੋਂ ਬਾਅਦ ਦ ਐਂਡ ਜਾਂ ਫਿਰ ਦ ਬਿਗਨਿੰਗ ਲਿਖਿਆ ਹੋਇਆ। ਹੁਣ ਜੇਕਰ ਆਪਾਂ ਐਟ ਯੂਜ਼ ਕਰਾਂਗੇ, ਐਟ ਦਾ ਐਂਡ ਬਣ ਜਾਏਗਾ।
ਇਨ ਯੂਜ਼ ਕਰਾਂਗੇ ਇਨ ਦਾ ਐਂਡ ਬਣ ਜਾਏਗਾ, ਜਾਂ ਫਿਰ ਇੱਕ ਦੋ ਥਾਵਾਂ ਤੇ ਐਟ ਦਾ ਬਿਗਨਿੰਗ ਜਾਂ ਫਿਰ ਇਨ ਦਾ ਬਿਗਨਿੰਗ ਹੋ ਜਾਏਗਾ। ਉਹ ਆਪਾਂ ਨੂੰ ਸੈਂਟੈਂਸ ਦੀ ਸਿਚੁਏਸ਼ਨ ਦੱਸੇਗੀ ਆਪਾਂ ਐਟ ਯੂਜ਼ ਕਰਾਂਗੇ ਜਾਂ ਇਨ। ਇੱਕ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਐਟ ਦਾ ਐਂਡ ਕਿਸੇ ਵੀ ਚੀਜ਼ ਦਾ ਅੰਤ ਹੋਣਾ, ਜਾਂ ਫਿਰ ਕਿਸੇ ਵੀ ਮਹੀਨੇ ਦਾ ਅੰਤ ਹੋਣਾ, ਕਿਸੇ ਸਾਲ ਦਾ ਅੰਤ ਹੋਣਾ, ਕਿਸੇ ਸਟਰੀਟ ਦਾ ਅੰਤ ਹੋਣਾ। ਔਰ ਇਨ ਦਾ ਐਂਡ ਹੁੰਦਾ ਫਾਈਨਲੀ, ਆਖਿਰਕਾਰ, ਕਿ ਪਹਿਲਾਂ ਤੋਂ ਕੋਈ ਕੰਮ ਕਰਦੇ ਆ ਰਹੇ ਸੀ ਔਰ ਫਾਈਨਲੀ ਆਪਣਾ ਕੰਮ ਉਹ ਹੋ ਗਿਆ, ਜਾਂ ਫਿਰ ਆਖਿਰਕਾਰ ਆਪਾਂ ਨੇ ਇਹ ਕੰਮ ਕਰਤਾ। ਔਰ ਦੂਸਰਾ ਇੱਕ ਟ੍ਰਿਕ ਦੱਸੀ ਸੀ, ਕੋਈ ਵੀ ਸੈਂਟੈਂਸ ਪਾਸਟ ਦੇ ਵਿੱਚ ਹੋਵੇ ਤਾਂ ਤੁਸੀਂ ਉੱਥੇ ਇਨ ਦਾ ਐਂਡ ਇਨ ਯੂਜ਼ ਕਰੋ, ਬਿਲਕੁਲ ਈਜ਼ੀ ਹੈ। ਸੋ ਦੇਖੋ ਆਪਾਂ ਉਸੇ ਤਰੀਕੇ ਨਾਲ ਸਟਾਰਟ ਕਰਦੇ ਹਾਂ। ਜਿਸ ਤਰ੍ਹਾਂ ਫਸਟ ਦੇਖੋ, ਆਈ ਐਮ ਗੋਇੰਗ ਅਵੇ ਦਾ ਐਂਡ ਆਫ ਦਾ ਮੰਥ। ਦੇਖੋ ਮੈਂ ਕਹਿੰਦਾ ਜਾ ਰਿਹਾ ਮਹੀਨੇ ਦੇ ਆਖਿਰ ਤੇ, ਵੈਸੇ ਵੀ ਪ੍ਰੈਜ਼ੈਂਟ ਦੇ ਵਿੱਚ ਹੈ ਤਾਂ ਇੱਥੇ ਤੁਸੀਂ ਐਟ ਦਾ ਯੂਜ਼ ਕਰੋਗੇ, ਐਟ ਦਾ ਐਂਡ ਆਫ ਦਾ ਮੰਥ। ਅਗਲਾ ਦੇਖੋ, ਇਟ ਟੁੱਕ, ਪਹਿਲੀ ਗੱਲ ਤਾਂ ਦੇਖੋ ਪਾਸਟ ਆ ਗਿਆ, ਯਾਦ ਰੱਖਿਓ ਹੈ ਨਾ, ਪਾਸਟ ਆ ਗਿਆ ਤਾਂ ਇਨ ਹੀ ਯੂਜ਼ ਹੋਊਗਾ। ਬਾਕੀ ਸੈਂਸ ਵੀ, ਇਟ ਟੁੱਕ ਮੀ ਅ ਲੌਂਗ ਟਾਈਮ ਟੂ ਫਾਈਂਡ ਅ ਜੌਬ। ਜੌਬ ਮਤਲਬ ਮੈਨੂੰ ਲੱਭਣ ਦੇ ਵਿੱਚ ਬਹੁਤ ਸਮਾਂ ਲੱਗ ਗਿਆ। ਦ ਐਂਡ ਆਈ ਗੋਟ ਅ ਜੌਬ ਇਨ ਅ ਹੋਟਲ, ਆਖਿਰਕਾਰ ਮੈਨੂੰ ਇੱਕ ਹੋਟਲ ਦੇ ਵਿੱਚ ਜੌਬ ਹੈ ਜਿਹੜੀ ਉਹ ਮਿਲ ਗਈ, ਤਾਂ ਕਰਕੇ ਇਨ ਦ ਐਂਡ। ਥਰਡ ਦੇਖੋ, ਆਰ ਯੂ ਗੋਇੰਗ ਅਵੇ ਦ ਬਿਗਨਿੰਗ ਆਫ ਅਗਸਟ ਔਰ ਦ ਐਂਡ। ਦੇਖੋ ਬਿਲਕੁਲ ਆਸਾਨ ਹੈ। ਕੀ ਕਹਿੰਦੇ, ਤੁਸੀਂ ਬਾਹਰ ਜਾ ਰਹੇ ਹੋ ਹੈ ਨਾ, ਤੁਸੀਂ ਬਾਹਰ ਜਾ ਰਹੇ ਹੋ ਸ਼ੁਰੂਆਤ ਦੇ ਵਿੱਚ, ਅਗਸਤ ਦੇ ਸ਼ੁਰੂ ਦੇ ਵਿੱਚ, ਜਾਂ ਫਿਰ ਅਗਸਤ ਦੇ ਐਂਡ ਦੇ ਵਿੱਚ। ਪਹਿਲੀ ਗੱਲ ਤਾਂ ਦੇਖੋ ਪਾਸਟ ਨਹੀਂ ਹੈਗਾ, ਸਿਰਫ ਪੁੱਛ ਰਿਹਾ ਹੈ ਅੰਤ ਦੇ ਵਿੱਚ, ਯੂ ਗੋਇੰਗ, ਤਾਂ ਕਰਕੇ ਐਟ ਹੀ ਆਏਗਾ। ਐਟ ਦਾ ਐਂਡ ਆਪਣਾ, ਸੌਰੀ, ਐਟ ਦਾ ਬਿਗਨਿੰਗ ਆਫ ਦਾ ਅਗਸਤ ਔਰ ਐਟ ਦਾ ਐਂਡ। ਅਗਲਾ ਦੇਖੋ ਚੌਥਾ, I couldn't decide ਪਾਸਟ ਆ ਗਿਆ, ਯਾਦ ਰੱਖਿਓ ਇਨ ਹੀ ਆਊਗਾ। I couldn't decide what to buy Lara for her birthday, ਇੱਥੇ ਹਰ ਆਏਗਾ। ਕਹਿੰਦਾ ਮੈਂ ਡਿਸਾਈਡ ਨਹੀਂ ਕਰ ਪਾਈ ਕਿ ਲਾਰਾ ਦੇ ਬਰਥਡੇ ਲਈ ਮੈਂ ਕੀ ਖਰੀਦਾਂ। I didn't buy her anything the end, ਇਸ ਲਈ ਕਹਿੰਦੇ ਆਖਿਰ ਤੇ ਮੈਂ ਕੁਝ ਵੀ ਨਹੀਂ ਖਰੀਦਿਆ, ਫਾਈਨਲੀ ਮੈਂ ਕੁਝ ਵੀ ਨਹੀਂ ਖਰੀਦਿਆ in the end, ਕਿਉਂਕਿ ਪਾਸਟ ਦੇ ਵਿੱਚ ਵੀ ਹੈ, ਤੁਸੀਂ ਉਸ ਮੁਤਾਬਕ ਵੀ ਇਨ ਦ ਐਂਡ ਲਗਾ ਸਕਦੇ ਹੋ। ਪੰਜਵਾਂ, ਵੀ ਵੇਟਡ, ਪਾਸਟ ਦੇ ਵਿੱਚ ਹੈ, ਵੀ ਵੇਟਡ ਏਜਸ ਫਾਰ ਅ ਟੈਕਸੀ, ਅਸੀਂ ਟੈਕਸੀ ਦਾ ਬਹੁਤ ਇੰਤਜ਼ਾਰ ਕੀਤਾ। ਵੀ ਗੇਵ ਅਪ, ਤਾਂ ਅਸੀਂ ਗੇਵ ਅਪ ਕਰਤਾ ਵੀ ਹੁਣ ਨਹੀਂ ਟੈਕਸੀ ਮਿਲਦੀ। ਦ ਐਂਡ ਐਂਡ ਵਾਕਡ ਹੋਮ, ਅਤੇ ਘਰੇ ਤੁਰ ਕੇ ਹੀ ਚਲੇ ਗਏ। ਇਨ ਦ ਐਂਡ ਐਂਡ ਵਾਕਡ ਹੋਮ। ਛੇਵਾਂ, I will be moving to a new address, ਮੈਂ ਇੱਕ ਨਵੇਂ ਐਡਰੈਸ ਤੇ ਜਾ ਰਿਹਾ, ਮਤਲਬ ਇੱਕ ਨਵਾਂ ਘਰ ਪਾਇਆ ਉੱਥੇ ਜਾ ਰਿਹਾ। ਦ ਐਂਡ ਆਫ ਸੈਪਟੈਂਬਰ, ਐਟ ਦਾ ਐਂਡ ਆਫ ਸੈਪਟੈਂਬਰ, ਕਿਉਂਕਿ ਪ੍ਰੈਜ਼ੈਂਟ ਦੇ ਵਿੱਚ ਹੈ ਔਰ ਫਿਊਚਰ ਦੇ ਵਿੱਚ ਹੈ, ਸੌਰੀ। ਸੱਤਵਾਂ, we had a few problems at first, ਸਾਨੂੰ ਪਹਿਲਾਂ ਬਹੁਤ ਪ੍ਰੋਬਲਮਸ ਆਈਆਂ, we had ਪਾਸਟ ਹੈ। but the end everything was okay, but in the end ਆਖਿਰਕਾਰ ਸਭ ਕੁਝ ਠੀਕ ਹੋ ਗਿਆ। ਅਗਲਾ ਅੱਠਵਾਂ, I am going away, ਕਹਿੰਦਾ ਮੈਂ ਜਾ ਰਿਹਾ ਦ ਐਂਡ ਆਫ ਦਿਸ ਵੀਕ, ਇਸ ਮਹੀਨੇ ਦੇ ਅੰਤ ਤੇ। ਸੋ ਇਹ ਤੁਸੀਂ ਨੇ ਖੁਦ ਇੱਥੇ ਭਰਨਾ ਹੈ, ਕਮੈਂਟ ਜ਼ਰੂਰ ਕਰਨਾ ਕਿ ਐਟ ਆਏਗਾ ਜਾਂ ਇਨ ਆਏਗਾ। ਇਸੇ ਤਰ੍ਹਾਂ ਨੌਵਾਂ ਇਹ ਹੈ ਜਿਹੜਾ, ਇਹ ਕਹਿ ਰਿਹਾ ਹੈ ਆਈ ਡਿਡੰਟ ਨੋ ਵਟ ਟੂ ਡੂ, ਹੈ ਨਾ, ਕਹਿੰਦਾ ਮੈਨੂੰ ਨਹੀਂ ਪਤਾ ਸੀ ਕਿ ਕੀ ਹੋਵੇਗਾ। ਤਾਂ ਬੀ ਕਹਿ ਰਿਹਾ, ਕਹਿੰਦਾ ਯੈਸ ਯੂ ਵਰ ਇਨ ਅ ਡਿਫੀਕਲਟ ਪੋਜੀਸ਼ਨ, ਤੁਸੀਂ ਕਹਿੰਦੇ ਬਹੁਤ ਜ਼ਿਆਦਾ ਡਿਫੀਕਲਟ ਪੋਜੀਸ਼ਨ ਦੇ ਵਿੱਚ ਸੀਗੇ। ਵਟ ਡਿਡ ਯੂ ਡੂ ਦ ਐਂਡ, ਤਾਂ ਫਿਰ ਆਖਿਰਕਾਰ ਤੁਸੀਂ ਨੇ ਕੀ ਕੀਤਾ। ਤਾਂ ਇੱਥੇ ਵੀ ਤੁਸੀਂ ਨੇ ਦੇਖਣਾ ਇਨ ਆਏਗਾ ਜਾਂ ਫਿਰ ਐਟ ਆਏਗਾ, ਕਮੈਂਟ ਕਰਕੇ ਜ਼ਰੂਰ ਦੱਸਣਾ। ਸੋ ਇਹ ਸੀ ਆਪਣੀ ਯੂਨਿਟ ਨੰਬਰ 122। ਆਈ ਹੋਪ ਕਿ ਤੁਹਾਨੂੰ ਬਿਲਕੁਲ ਪਤਾ ਚੱਲ ਗਿਆ ਹੋਵੇਗਾ ਇਨ ਟਾਈਮ ਅਤੇ ਔਨ ਟਾਈਮ ਦੇ ਵਿੱਚ ਫਰਕ, ਐਟ ਦਾ ਐਂਡ ਤੇ ਇਨ ਦਾ ਐਂਡ ਹੈ ਜਿਹੜਾ ਇਹਨਾਂ ਦੇ ਵਿਚਕਾਰ ਫਰਕ। ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ, ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।